ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖਦੇ ਸਾਰੇ ਦਰਸ਼ਕਾਂ ਨੂੰ ਮਨਮੋਹਨ ਸਿੰਘ ਸਮਰਾ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਅਸੀਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਪ੍ਰਾਈਮ ਚਰਚਾ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹਾਂ। ਜਿਵੇਂ ਕਿ ਅਕਸਰ ਅਸੀਂ ਆਪਣੇ ਪ੍ਰੋਗਰਾਮ ਵਿੱਚ ਉਹਨਾਂ ਵਿਦਵਾਨ ਸੱਜਣਾਂ ਨੂੰ, ਉਹਨਾਂ ਸ਼ਖਸੀਅਤਾਂ ਨੂੰ ਲੈ ਕੇ ਆਉਂਦੇ ਹਾਂ ਜਿਨ੍ਹਾਂ ਦੀ ਗੱਲਬਾਤ ਤੋਂ ਅਸੀਂ ਸਾਰੇ ਕੁਛ ਨਾ ਕੁਛ ਸਿੱਖ ਸਕੀਏ ਅਤੇ ਆਪਣੇ ਜੀਵਨ ਨੂੰ, ਆਪਣੀ ਕੌਮ ਨੂੰ ਕਿਸੇ ਚੰਗੇ ਰਸਤੇ 'ਤੇ ਪਾ ਲਈਏ। ਸੋ ਉਸੇ ਲੜੀ ਦੇ ਨਾਲ ਸਾਡੇ ਨਾਲ ਅੱਜ ਕੈਪਟਨ ਚੰਨਣ ਸਿੰਘ ਸਿੱਧੂ, ਇਹ ਨਾਂ ਪਿਛਲੇ ਦਿਨੀਂ ਬਹੁਤ ਚਰਚਾ 'ਚ ਰਿਹਾ। ਜਦੋਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ ਤਾਂ ਅਕਾਲੀ ਦਲ ਨੇ ਇੱਕ ਦੋਸ਼ ਲਾਇਆ ਕਿ ਇਹ ਕੈਪਟਨ ਚੰਨਣ ਸਿੰਘ ਸਿੱਧੂ ਦੇ ਘਰੇ ਬੈਠ ਕੇ ਖਹਿਰੇ ਨੇ ਅਤੇ 2-4 ਹੋਰ ਨਾਂ, ਰਣਜੀਤ ਸਿੰਘ ਦਾ ਨਾਮ ਵਿੱਚ ਸੀ, ਕਿ ਰਿਪੋਰਟ ਬਣਾਈ ਹੈ। ਸੁਖਬੀਰ ਸਿੰਘ ਬਾਦਲ ਉਹਨਾਂ ਨੇ ਇਹ ਦੋਸ਼ ਲਾਇਆ ਸੀ। ਸੋ ਕੈਪਟਨ ਸਾਹਿਬ ਅੱਜ ਸਾਡੇ ਵੱਡੇ ਭਾਗ ਨੇ ਸਾਡੇ ਸਟੂਡੀਓ 'ਚ ਆਏ ਨੇ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਅਤੇ ਹੁਣ ਦੇ ਸਿੱਖਾਂ ਦੇ ਹਾਲਾਤ ਪੰਜਾਬ 'ਚ ਇਸ ਵੇਲੇ ਕੀ ਨੇ, ਪੋਲੀਟਿਕਸ ਕਿਹੜੇ ਰਾਹ ਨੂੰ ਜਾ ਰਹੀ ਆ, ਬਰਗਾੜੀ ਮੋਰਚੇ ਦਾ ਕੀ ਬਣਿਆ, ਅਤੇ ਆਉਣ ਵਾਲੀਆਂ ਇਲੈਕਸ਼ਨ ਨੇ ਜਿਹੜੀਆਂ ਉਹਦੇ ਵਿੱਚ ਸਿੱਖ ਕਿੱਥੇ ਖੜਨਗੇ, ਇਹ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਕੈਪਟਨ ਸਾਹਿਬ ਜੀ ਦਾ, ਬਹੁਤ ਬਹੁਤ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਤੁਹਾਡੇ ਸਾਰੇ ਪ੍ਰਾਈਮ ਏਸ਼ੀਆ TV ਦੇ ਸਰੋਤਿਆਂ ਨੂੰ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਜਿਵੇਂ ਤੁਸੀਂ, ਮੈਨੂੰ ਪਤਾ ਹੈ ਕਿ ਤੁਹਾਡੇ ਮਨ, ਦਿਲ, ਹਰ ਚੀਜ਼ ਤੁਹਾਡੀ ਉੱਥੇ ਹੀ ਵਸੀ ਹੋਈ ਹੈ ਪੰਜਾਬ 'ਚ। ਭਾਵੇਂ ਤੁਸੀਂ ਇੱਥੇ 30 ਸਾਲ ਦੇ ਬੈਠੇ ਜੇ, ਭਾਵੇਂ 25 ਸਾਲ ਦੇ ਬੈਠੇ ਜੇ, ਜੋ ਮੈਂ ਇੱਥੇ ਆ ਕੇ ਦੇਖਿਆ ਕਿ ਤੁਹਾਡੀ ਦਿਲ ਦੀ ਧੜਕਣ ਵੀ ਪੰਜਾਬ 'ਚ ਹੀ ਹੈ। ਅਤੇ ਨੈਚੁਰਲੀ ਤੁਸੀਂ ਵਰੀਡ ਹੋਵੋਗੇ ਅਤੇ ਆਪਾਂ ਬਹਿ ਕੇ ਅੱਜ ਜਿਹੜਾ ਵੀ ਡਿਸਕਸ਼ਨ ਕਰਨੀ ਹੈ। ਅਤੇ ਮੈਂ ਸਰੋਤਿਆਂ ਨੂੰ ਅਪੀਲ ਕਰਦਾ ਕਿ ਉਹ ਸਾਰੇ ਵੀ ਧਿਆਨ ਨਾਲ ਸੁਣੋ ਅਤੇ ਫਿਰ ਜੋ ਵੀ ਤੁਸੀਂ ਕਹੋਗੇ ਫਿਰ ਆਪਾਂ ਉਹਨਾਂ ਨੂੰ ਸੇਧ ਦੇ ਕੇ। ਕੈਪਟਨ ਸਾਹਿਬ, ਇਹ ਤੋਂ ਪਹਿਲਾਂ ਆਪਾਂ ਮੁੱਦਿਆਂ 'ਤੇ ਆਈਏ। ਥੋੜ੍ਹਾ ਜਿਹਾ ਤੁਸੀਂ ਆਪਣੀ ਲਾਈਫ ਬਾਰੇ ਦੱਸਿਓ ਜੀ ਸ਼ੁਰੂ 'ਚ, ਤਾਂ ਕਿ ਆਪਣੇ ਦਰਸ਼ਕ ਆਪਣੇ ਨਾਲ ਤੁਰ ਪੈਣ। ਮੈਂ ਜੀ ਕੈਪਟਨ ਚੰਨਣ ਸਿੰਘ ਸਿੱਧੂ ਮੇਰਾ ਨਾਂ ਹੈ। ਅਸੀਂ ਲਾਹੌਰ ਤੋਂ 47 'ਚ ਜਿਹੜਾ ਮਾਈਗ੍ਰੇਟ ਕੀਤਾ ਸੀ ਪਟਿਆਲੇ 'ਚ। ਅੱਛਾ। ਔਰ ਉਸ ਤੋਂ ਬਾਅਦ ਫਿਰ ਮੇਰੀ ਸਕੂਲਿੰਗ ਜਿਹੜੀ ਉਹ ਸਮਾਣੇ ਹੋਈ, ਮਹਿੰਦਰਾ ਕਾਲਜ ਪਟਿਆਲੇ ਤੋਂ ਹੋਈ। ਮੈਂ 67 'ਚ ਆਰਮੀ 'ਚ ਕਮਿਸ਼ਨ ਲੈ ਗਿਆ ਸੀ। ਅੱਛਾ। ਔਰ 68 'ਚ ਮੈਂ ਕਮਿਸ਼ਨ ਅਫਸਰ ਬਣ ਕੇ 5th ਏਅਰਬੋਰਨ ਰੈਜੀਮੈਂਟ, ਜਿਹੜੇ ਹੁਣ ਸਪੈਸ਼ਲ ਫੋਰਸਿਸ ਨੇ ਜੀ, ਜਿਨ੍ਹਾਂ ਨੇ ਉਰੀ 'ਚ ਉਹ ਸਟ੍ਰਾਈਕ ਵੀ ਕੀਤੀ ਸੀ, ਉਹ ਜੁਆਇਨ ਕੀਤੀ ਸੀ। ਅਤੇ 1970 ਦੇ ਵਿੱਚ ਮੇਰੀ ਪਲਟਨ ਤਿੱਬਤ ਬਾਰਡਰ 'ਤੇ ਸੀਗੀ ਡਿਪਲਾਇਡ। ਅੱਛਾ। ਉੱਥੇ ਇੱਕ ਐਕਸਰਸਾਈਜ਼ ਦੇ ਦੌਰਾਨ ਸਾਡੀ ਗੱਡੀ ਜਿਹੜੀ ਸੀ ਉਹ ਪਹਾੜ ਦੇ ਥੱਲੇ ਆ ਗਈ। ਅੱਛਾ। ਜਿਹਦੇ 'ਚ ਮੇਰੇ ਨਾਲ 2IC ਸੀ ਮੇਜਰ ਰਵਿੰਦਰ ਸਿੰਘ, ਉਹਦੀ ਔਨ ਦਾ ਸਪੌਟ ਡੈਥ ਹੋ ਗਈ। ਅਤੇ ਡਰਾਈਵਰ ਸੀ ਨਾਇਕ ਉੱਛਰ ਸਿੰਘ, ਉਹਦੀ ਔਨ ਦਾ ਸਪੌਟ ਡੈਥ ਹੋ ਗਈ। ਔਰ ਮੈਨੂੰ ਮਲਟੀਪਲ ਇੰਜਰੀਜ਼ ਹੋਈਆਂ। ਮੇਰਾ ਆਰਮ ਵਾਜ਼ ਕ੍ਰਸ਼, ਮਾਈ ਫੀਮਰ ਵਾਜ਼ ਕ੍ਰਸ਼, ਜੌ ਫ੍ਰੈਕਚਰ, ਮਲਟੀਪਲ ਹੈਡ ਇੰਜਰੀਜ਼, ਐਂਡ ਆਈ ਵਾਜ਼ ਏਅਰਲਿਫਟਡ ਟੂ ਚੰਡੀਗੜ੍ਹ by chopper, and there I spent 1 year in the hospital before I became fit and joined army back and fought 71 war. ਅੱਛਾ, ਉਹ ਤੋਂ ਬਾਅਦ ਫਿਰ ਉਹ ਇੱਕ ਲੜਾਈ ਲੜੀ ਤੁਸੀਂ? ਜੀ ਹਾਂ। ਅੱਛਾ ਕੈਪਟਨ ਸਾਹਿਬ, ਆਰਮੀ 'ਚੋਂ ਰਿਟਾਇਰ ਕਦੋਂ ਹੋਏ ਫਿਰ ਜੀ? ਮੈਂ 78 'ਚ ਮੈਡੀਕਲ ਗਰਾਊਂਡ 'ਤੇ ਛੱਡ ਕੇ ਆਇਆ ਜੀ, ਬਿਕੋਜ਼ ਕੋਈ ਪ੍ਰਮੋਸ਼ਨ ਦੇ ਚਾਂਸਿਸ ਹੈ ਨਹੀਂ ਸੀ। ਟਾਈਮ ਸਕੇਲ ਪ੍ਰਮੋਸ਼ਨ ਸੀ। ਉਹ ਜਿਹੜੇ ਮੇਰੇ ਤੋਂ ਜੂਨੀਅਰ ਸੀ 2-2 ਸਾਲ ਉਹ ਮੇਜਰ ਬਣ ਕੇ ਮੇਰੇ ਸਾਹਮਣੇ ਫਿਰਦੇ ਸੀ। ਤਾਂ ਫਿਰ ਮੈਂ ਆਈ ਫੈਲਟ ਹਿਊਮਿਲੀਏਟਡ ਕਿ ਇਸ ਤੋਂ ਬਿਹਤਰ ਹੈ ਕਿ ਤੁਸੀਂ ਛੱਡ ਕੇ ਚਲੇ ਜਾਓ। ਮੈਂ ਛੱਡ ਕੇ ਫਿਰ ਆ ਗਿਆ। ਅਤੇ ਮਹਿੰਦਰ ਸਿੰਘ ਸਾਈਆਂ ਵਾਲਾ ਜਿਹੜਾ ਸੀ, ਉਹਨੇ ਮੀਟਿੰਗ ਰੱਖੀ ਸੀ ਵਜੀਦਪੁਰ ਗੁਰਦੁਆਰਾ ਸਾਹਿਬ। ਅੱਛਾ। ਔਰ ਉਹ ਮੇਰੇ ਨਾਨਕੇ ਸੀ, ਅਤੇ ਉਹ ਮਾਮਾ ਜੀ ਮੈਨੂੰ ਕਹਿੰਦੇ, ਹਾਲਾਂਕਿ ਆਈ ਵਾਜ਼ ਅ ਸਰਵਿੰਗ ਲੈਫਟੀਨੈਂਟ, ਤਾਂ ਉਹ ਕਹਿੰਦੇ ਆ ਤੈਨੂੰ ਲੈ ਚੱਲੀਏ। ਅਤੇ ਮੈਂ ਉੱਥੇ ਜਾ ਕੇ ਮੀਟਿੰਗ ਦੇ ਵਿੱਚ ਮੈਂ ਸੁਣਦਾ ਰਿਹਾ ਕਿ ਸਿੱਖਾਂ ਨੂੰ ਕਾਂਗਰਸ ਘਸਿਆਰੇ ਬਣਾ ਰਹੀ ਹੈ, ਫਲਾਣਾ ਬਣਾ ਰਹੀ ਹੈ, ਢਿੰਗੜਾ ਬਣਾ ਰਹੀ ਹੈ। ਅਤੇ ਮੈਂ ਸੁਣ ਕੇ, ਅਤੇ ਹਾਲਾਂਕਿ ਆਈ ਵਾਜ਼ ਨਾਟ ਸਪੋਜ਼ ਟੂ ਕਮੈਂਟ, ਪਰ ਮੈਂ ਬੋਲਣੋਂ ਹਟਿਆ ਨਹੀਂ। ਅਤੇ ਮੈਂ ਕਿਹਾ ਸਾਈਆਂ ਵਾਲਾ ਸਾਹਿਬ, ਤੁਸੀਂ ਕੀ ਕਰ ਰਹੇ ਜੇ? ਕਾਂਗਰਸ ਤੁਹਾਨੂੰ ਘਸਿਆਰੇ ਬਣਾ ਰਹੀ, ਫਲਾਣੇ ਕਹਾਣੀਆਂ ਮੈਂ 2 ਘੰਟਿਆਂ ਦੀਆਂ ਸੁਣ ਰਿਹਾ, ਤੁਸੀਂ ਇੱਕ ਵੀ ਸ਼ਬਦ ਨਹੀਂ ਬੋਲੇ ਕਿ ਤੁਹਾਡੇ ਵਾਸਤੇ, ਸਿੱਖਾਂ ਵਾਸਤੇ ਕੀ ਤੁਸੀਂ ਰੱਖਿਆ, ਕਿੱਧਰ ਲੈ ਕੇ ਜਾਓਗੇ, ਕਿੱਧਰ ਤੋਰੋਗੇ, ਉਹਦੇ ਬਾਰੇ ਤੁਸੀਂ ਕੋਈ ਗੱਲ ਨਹੀਂ ਕੀਤੀ। ਅਤੇ ਮੈਂ ਉਦੋਂ ਤੋਂ ਹੀ ਪੋਲੀਟੀਕਲ ਲਾਈਨ ਨਾਲ ਥੋੜ੍ਹਾ ਜਿਹਾ ਇੰਟਰਸਟਡ ਸੀ ਜੀ। ਅਤੇ 78 ਜਦੋਂ ਮੈਂ ਆਰਮੀ ਛੱਡ ਕੇ ਆਇਆ ਤਾਂ ਫਿਰ ਮੈਂ ਸਿੱਧਾ ਮੂਵਮੈਂਟ ਦੇ ਨਾਲ ਹੀ, ਸਿਆਸਤ ਦੇ ਨਾਲ ਹੀ ਜੁੜ ਗਿਆ ਜ਼ਿਆਦਾ ਤੌਰ 'ਤੇ, ਕਿਉਂਕਿ ਯੰਗ ਬਲੱਡ ਸੀਗੇ। ਉਮਰ ਮੇਰੀ ਹਾਰਡਲੀ ਕੋਈ ਉਦੋਂ 28 ਸਾਲ ਦੀ ਸੀ। ਅੱਛਾ। ਤਾਂ ਉਦੋਂ ਤੋਂ ਲੈ ਕੇ ਟਿਲ ਟੂਡੇ ਮੈਂ ਸਿਆਸਤ ਨਾਲ ਜੁੜਿਆ ਹਾਂ। ਵੇਰੀਅਸ ਪੜਾਅ ਦੇ ਵਿੱਚ ਅਸੀਂ ਗੁਜ਼ਰੇ ਹਾਂ, ਉਹ ਆਪਾਂ ਬਾਅਦ 'ਚ ਡਿਸਕਸ ਕਰਾਂਗੇ। ਅਤੇ ਜਿਵੇਂ ਸਿਮਰਨਜੀਤ ਮਾਨ ਹੈ,
88 ਚ ਮੈਂ ਸਿਮਰਨਜੀਤ ਮਾਨ ਦਾ ਮੈਂ ਆਫਿਸ ਖੋਲ੍ਹਿਆ ਸੀ ਅੰਮ੍ਰਿਤਸਰ ਦੇ ਵਿੱਚ, ਮਾਨ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ। ਅੱਛਾ ਜੀ। ਇਟ ਵਾਜ਼ ਓਪਨਡ ਬਾਈ ਮੀ। ਮੈਂ ਉੱਥੇ ਅਖੰਡ ਪਾਠ ਰਖਾਇਆ। ਮਾਨ ਸਾਹਿਬ ਦੇ ਪੇਰੈਂਟਸ ਆਏ, ਮਾਨ ਸਾਹਿਬ ਦੇ ਭੈਣਾਂ ਭਣਵਈਏ ਆਏ, ਛੋਟੇਪੁਰ ਆਇਆ, ਸੰਤ ਅਜੀਤ ਸਿੰਘ ਆਇਆ, ਚਰਨਜੀਤ ਸਿੰਘ ਵਾਲੀਆ ਪਟਿਆਲੇ ਵਾਲੇ MP ਆਏ, ਬਡੂੰਦੀ ਆਇਆ, ਤਾਲਬ ਸਿੰਘ ਸੰਧੂ ਆਇਆ, ਤਕਰੀਬਨ ਸਾਰੇ ਯੂਨੀਵਰਸਿਟੀ ਦੇ ਸਾਰੇ ਨੌਜਵਾਨ ਮੁੰਡੇ ਆਏ। ਉਦੋਂ ਤੋਂ ਬਾਅਦ ਫਿਰ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਸਾਰਾ ਜਿਹੜਾ ਸਿਲਸਿਲਾ ਉਹ ਐਂ ਹੀ ਫਿਰ ਚੱਲਦਾ ਗਿਆ। ਜੇ ਅਸੀਂ ਅਕਾਲੀ ਦਲ ਨੂੰ ਪਿੱਛੋਂ ਦੇਖੀਏ ਜੀ ਥੋੜਾ ਜਿਹਾ, ਜਦੋਂ ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਸਕਰੀਨ ਤੇ ਆਉਂਦੇ ਆ, ਉਹ ਤੋਂ ਬਾਅਦ ਸੰਤ ਫਤਿਹ ਸਿੰਘ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਆ ਗਏ ਆ। ਹੁਣ ਇਹ ਲੀਡਰਾਂ ਦੇ ਨਾਲ ਤੁਸੀਂ ਵਾਹ ਵਾਸਤਾ ਰਹੇ ਹੋ ਇਹ ਸਾਰੇ ਸਮੇਂ ਦੌਰਾਨ, ਤੇ ਸੰਤ ਜਰਨੈਲ ਸਿੰਘ ਉਹਨਾਂ ਨਾਲ ਵੀ ਤੁਹਾਡੀਆਂ ਮਿਲਣੀਆਂ ਹੁੰਦੀਆਂ ਰਹੀਆਂ ਨੇ। ਇੱਕੋ ਹੀ ਮਿਲਦੀ ਹੋਈ ਮੇਰੀ। ਅੱਛਾ ਜੀ। ਇੱਕ ਵਾਰ ਉਹਨਾਂ ਦੀ ਸ਼ਖਸੀਅਤ ਬਾਰੇ ਦੱਸੋ ਸਾਨੂੰ ਥੋੜਾ ਜਿਹਾ। ਸੰਤਾਂ ਦੇ ਮੈਂ ਸੰਤ ਲੌਂਗੋਵਾਲ ਦੇ ਨਾਲ ਵੀ ਮੇਰਾ ਕਾਫੀ ਇੰਟਰੈਕਸ਼ਨ ਹੋਇਆ। ਮੈਂ ਜਦੋਂ ਜੇਲ੍ਹ ਤੋਂ ਛੁੱਟ ਗਿਆ ਮੈਂ ਉਹਦੇ ਨਾਲ ਪਿੰਡਾਂ 'ਚ ਫਿਰੋਜ਼ਪੁਰ ਦੌਰੇ 'ਚ ਵੀ 1-2 ਜਗ੍ਹਾ ਤੇ 3 ਮੈਂ ਨਾਲ ਰਿਹਾ ਸੰਤ ਲੌਂਗੋਵਾਲ ਸੰਤ ਲੌਂਗੋਵਾਲ ਨਾਲ। ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਦੋਂ ਸੀਗੇ ਗੋਲਡਨ ਟੈਂਪਲ ਦੇ ਵਿੱਚ ਜੀ, ਔਰ ਉਹ ਗੋਲਡਨ ਟੈਂਪਲ ਦੇ ਵਿੱਚ ਜਦੋਂ ਸੀਗੇ ਤੇ ਉਦੋਂ ਬੜਾ ਬਲੂ ਸਟਾਰ ਤੋਂ ਸਮਝ ਲਓ 4 ਕੁ ਮਹੀਨੇ ਪਹਿਲਾਂ ਕਾਫੀ ਸਰਗਰਮੀਆਂ ਸ਼ੁਰੂ ਹੋ ਗਈਆਂ ਜੀ ਜੀ, ਜਿੰਦੇ 'ਚ ਇੱਕ ਤਾਂ ਸਵਰਨ ਸਿੰਘ ਮੀਡੀਏਟਰ ਬਣ ਗਿਆ ਔਰ ਸਵਰਨ ਸਿੰਘ ਆਪਣੇ ਆਪ ਸੰਤਾਂ ਨਾਲ ਗੱਲਬਾਤ ਚਲਾ ਰਿਹਾ ਸੀ, ਤੇ ਇੱਕ ਪਾਸੇ ਰਵੀ ਇੰਦਰ ਤੇ ਕੈਪਟਨ ਅਮਰਿੰਦਰ ਸਿੰਘ ਜੀ, ਇਹ ਵੀ ਸੰਤਾਂ ਨੂੰ ਮਿਲਣ ਆਉਂਦੇ ਸੀ। ਤੇ ਉਹ ਸਿੰਸ ਵੀ ਨਿਊ ਈਚ ਅਦਰ, ਮੈਂ ਅੰਮ੍ਰਿਤਸਰ ਬੇਸ ਸੀਗਾ, ਮੈਨੂੰ ਅਮਰਿੰਦਰ ਸਿੰਘ ਨੇ ਗੈਸ ਏਜੰਸੀ ਲੈ ਕੇ ਦਿੱਤੀ ਸੀ। ਅੱਛਾ ਜੀ, ਤੇ ਉਹ ਮੇਰੀ ਗੈਸ ਏਜੰਸੀ ਅੰਮ੍ਰਿਤਸਰ 'ਚ 80 ਚ ਲੈ ਕੇ ਦਿੱਤੀ, ਅੱਜ ਵੀ ਚੱਲਦੀ ਹੈ। ਅੱਛਾ ਜੀ, ਔਰ ਮੈਂ ਇਹਨਾਂ ਨੂੰ ਲੈ ਕੇ ਸੰਤਾਂ ਕੋਲ ਛੱਡਦਾ ਸੀ, ਹਾਲਾਂਕਿ ਮੀਟਿੰਗ 'ਚ ਮੈਂ ਨਹੀਂ ਸੀ ਕਦੀ ਜਾਂਦਾ। ਅੱਛਾ ਜੀ, ਮੈਂ ਥੱਲੇ ਹੀ ਛੱਡ ਦਿੰਦਾ ਸੀ ਤੇ ਮੀਟਿੰਗ ਕਰਕੇ ਆ ਜਾਂਦੇ, ਮੈਂ ਇਹਨਾਂ ਨੂੰ ਵਾਪਸ ਰਾਤ ਨੂੰ 에ਅਰਪੋਰਟ ਤੇ ਛੱਡ ਦਿੰਦਾ ਸੀ। ਜੇ ਮੈਂ ਨਹੀਂ ਸੀ ਹੁੰਦਾ ਤੇ ਮੇਰਾ ਕੋਈ ਹੋਰ ਚੇਲੇ ਮੇਰੇ ਛੱਡ ਦਿੰਦੇ ਸੀ ਜੀ। ਤੋ ਜਦੋਂ ਇਹ ਮੀਟਿੰਗਾਂ ਚੱਲ ਰਹੀਆਂ ਸੀ, 5-7 ਮੀਟਿੰਗਾਂ ਲਗਾਤਾਰ ਹੋਈਆਂ ਤੇ ਸੰਤ ਮੰਨੇ ਨਹੀਂ ਇਹਨਾਂ ਦੀ ਗੱਲ। ਤੇ ਸੰਤ ਨੇ ਮੈਂ ਜਦੋਂ ਜਾ ਰਿਹਾ ਸੀ ਕਹਿੰਦੇ ਸੰਤ ਨਹੀਂ ਮੰਨੇ, ਉਹ ਕਹਿੰਦੇ ਨਹੀਂ ਅਸੀਂ ਬਿਲਕੁਲ ਨਹੀਂ ਹਟਣਾ ਤੇ ਅਸੀਂ ਤਾਂ ਆਨੰਦਪੁਰ ਸਾਹਿਬ ਦਾ ਮਤਾ ਮਨਵਾ ਕੇ ਹੀ ਹਟਣਾ। ਤੋ ਫਿਰ ਮੈਂ ਇਹਨਾਂ ਨੂੰ ਛੱਡ ਕੇ ਏਅਰਪੋਰਟ ਤੇ 2 ਦਿਨਾਂ ਬਾਅਦ ਮੈਂ ਸੰਤ ਜੀ ਨੂੰ ਮਿਲਣ ਗਿਆ। ਅੱਛਾ ਜੀ, ਔਰ ਸੰਤ ਜੀ ਮੇਰੇ ਬੰਦੇ ਸੀਗੇ ਜਿਹੜੇ ਸੰਤਾਂ ਦੇ ਨਾਲ ਸੀਗੇ ਅਟੈਚ, ਉਹ ਜਾਣਦੇ ਸੀ, ਉਹ ਮੈਨੂੰ ਲੈ ਗਏ ਔਰ ਸੰਤ ਜੀ ਨਾਲ ਫਿਰ ਮੇਰੀ 40 ਮਿੰਟ ਗੱਲਬਾਤ ਹੋਈ। ਅੱਛਾ ਜੀ, ਲੰਗਰ ਦੀ ਛੱਤ ਤੇ ਪਰਾਂ ਮੰਜਿਆਂ ਤੇ ਅਸੀਂ ਦੋਨੋਂ ਹੀ ਬੈਠ ਗਏ ਜਾ ਕੇ। ਤੇ ਮੈਂ ਸੰਤ ਜੀ ਨੂੰ ਇਹ ਕਿਹਾ, ਸੰਤ ਜੀ ਬੜੇ ਇੰਟੈਲੀਜੈਂਟ ਬਹੁਤ ਸੀ, ਭਾਵੇਂ ਅਨਪੜ੍ਹ ਸੀ, ਲੋਕ ਕਹਿੰਦੇ ਅਨਪੜ੍ਹ ਸੀਗੇ ਬਟ ਉਹ ਇੰਟੈਲੀਜੈਂਟ ਬਹੁਤ ਸੀਗੇ, ਉਹ ਗੱਲ ਨੂੰ ਸਮਝਦੇ ਸੀ ਔਰ ਸਮਝ ਕੇ ਇੱਕਦਮ ਐਕਸ਼ਨ ਵੀ ਕਰਦੇ ਸੀ। ਤੇ ਮੈਂ ਕਿਹਾ ਸੰਤ ਜੀ ਕੌਮ ਦਾ ਬਚਣਾ ਕੱਖ ਨਹੀਂ, ਬੜਾ ਨੁਕਸਾਨ ਹੋ ਜਾਣਾ, ਫੌਜ ਇੱਥੇ ਆਏਗੀ ਤੇ ਪਤਾ ਨਹੀਂ ਕੀ ਹੋਊਗਾ ਤੇ ਕੀ ਨਹੀਂ ਹੋਊਗਾ, ਉਹ ਤਾਂ ਬਾਅਦ ਦੀਆਂ ਗੱਲਾਂ ਕਿ ਤੁਸੀਂ ਇਹ ਤੁਹਾਨੂੰ ਅਵੋਇਡ ਕਰਨਾ ਚਾਹੀਦਾ। ਇਹ ਘੱਲੂਘਾਰਾ ਜੇ ਆਪਾਂ ਅਵੋਇਡ ਕਰ ਸਕਦੇ ਹਾਂ ਤੇ ਆਪਾਂ ਨੂੰ ਅਵੋਇਡ ਕਰਨਾ ਚਾਹੀਦਾ। ਤੇ ਤੁਹਾਨੂੰ ਜਿਹੜੇ ਇਹ ਲੌਂਗੋਵਾਲ ਤੇ ਇਹ ਬਾਦਲ ਠੌਰਾ ਇਹ ਤੁਹਾਨੂੰ ਮਰਵਾਉਣ 'ਚ ਖੁਸ਼ ਨੇ ਔਰ ਇਹ ਤੁਹਾਨੂੰ ਚੁੱਕੀ ਜਾ ਰਹੇ ਨੇ, ਤੁਹਾਨੂੰ ਉਸ ਐਂਡ ਤੱਕ ਪਹੁੰਚਾਉਣਾ ਚਾਹੁੰਦੇ ਨੇ ਜਿੱਥੋਂ ਤੁਸੀਂ ਵਾਪਸ ਨਾ ਆ ਸਕੋ, ਪੁਆਇੰਟ ਆਫ ਨੋ ਰਿਟਰਨ, ਪੁਆਇੰਟ ਆਫ ਨੋ ਰਿਟਰਨ ਤੇ ਤੁਸੀਂ ਇਹ ਕੰਮ ਨਾ ਕਰੋ, ਇਹ ਆਪਾਂ ਨੂੰ ਜਿਹੜਾ ਬਹੁਤ ਮਹਿੰਗਾ ਪਏਗਾ ਕੌਮ ਨੂੰ। ਸੰਤ ਜੀ ਮੈਨੂੰ ਕਹਿੰਦੇ ਕਿ ਚੰਦਨ ਕੈਪਟਨ ਸਾਹਿਬ ਤੁਹਾਨੂੰ ਨਹੀਂ ਪਤਾ, ਜਿੱਦਣ ਫੌਜ ਇੱਥੇ ਅਟੈਕ ਕਰੇਗੀ ਉਸ ਦਿਨ ਪਾਕਿਸਤਾਨ ਹਮਲਾ ਕਰ ਦੂਗਾ। ਅੱਛਾ, ਤੇ ਮੈਂ ਆਈ ਵਾਸ ਸ਼ੌਕਡ। ਮੈਂ ਕਿਹਾ ਸੰਤ ਜੀ ਇਹ ਤੁਹਾਨੂੰ ਕਿਹਨੇ ਪੜਾਇਆ? ਜਿਸ ਬੰਦੇ ਨੇ ਤੁਹਾਨੂੰ ਇਹ ਗੱਲ ਦੱਸੀ ਹੈ ਨਾ, ਉਹ ਇੰਟੈਲੀਜੈਂਸ ਦਾ ਬੰਦਾ, ਉਹ ਸਰਕਾਰ ਦਾ ਬੰਦਾ, ਪਹਿਲਾਂ ਤਾਂ ਉਹਨੂੰ ਮੇਰੇ ਸਾਹਮਣੇ ਬੁਲਾਓ, ਉਹਦੀ ਖੱਲ ਲਾਓ ਇੱਥੇ ਬੁਲਾ ਕੇ ਬਈ ਉਹਨੂੰ ਇਹ ਨਹੀਂ ਪਤਾ ਕਿ ਅਟੈਕ ਕਿਵੇਂ ਹੁੰਦੇ ਨੇ। ਮੈਂ ਸੰਤ ਜੀ ਹਮਲਾ ਕਰਨਾ ਹੋਵੇ ਤੇ 6 ਮਹੀਨੇ 7 ਮਹੀਨੇ 8 ਮਹੀਨੇ ਲੱਗ ਜਾਂਦੇ ਆ, ਫੌਜਾਂ ਦਾ ਬਿਲਟਅਪ ਕਰਨਾ ਪੈਂਦਾ, ਬਾਰਡਰ ਤੇ ਲਿਆਣੀਆਂ ਪੈਂਦੀਆਂ। ਉਹ ਮੈਂ ਇਸਲਾਮਾਬਾਦ 'ਚ ਬੈਠੇ ਰੋਟੀ ਖਾ ਰਹੇ, ਤੁਹਾਡੀ ਸਲਾਹ ਸਵੇਰੇ ਰਾਤ ਨੂੰ ਅਟੈਕ ਕਰ ਦੇਣਗੇ ਉਹ ਫਿਰ ਉਹਨਾਂ ਨੇ ਅਮਰੀਸ਼ਨ ਲੜਾਈ ਲੜਨੀ ਹੈ, ਉਹਨਾਂ ਨੂੰ ਅਮਰੀਸ਼ਨ ਚਾਹੀਦਾ। ਜਿਹੜੇ ਮੁਲਕਾਂ ਤੋਂ ਉਹਨਾਂ ਨੇ ਹਥਿਆਰ ਲਾਏ ਨੇ ਉਹਨਾਂ ਨਾਲ ਟਾਈ ਅਪ ਕਰਨਾ ਪੈਂਦਾ ਹੈ, ਕਿਵੇਂ ਉਹ ਅਮਰੀਸ਼ਨ ਆਏਗਾ, ਕਿਵੇਂ ਉਹ ਲੜਾਈ ਲੜੀ ਜਾਊਗੀ। ਤੇ ਅਜੇ ਤਾਂ ਉਹਨਾਂ ਨੂੰ ਕੋਈ ਪਤਾ ਹੀ ਨਹੀਂ, ਤੇ ਐਂ ਥੋੜੀ ਹਮਲਾ ਹੋ ਜਾਊਗਾ। ਤੇ ਮੈਂ ਕਿਹਾ ਇਹ ਤਾਂ ਤੁਹਾਨੂੰ ਗਲਤ ਪੜਾਇਆ ਜਾ ਰਿਹਾ, ਤਾਂ ਤੁਹਾਨੂੰ ਬਿਲਕੁਲ ਟਰੈਪ 'ਚ ਫਸਾਇਆ ਜਾ ਰਿਹਾ, ਤੁਸੀਂ ਬਿਲਕੁਲ ਨਿਕਲੋ। ਸੰਤ ਕਹਿੰਦੇ ਕਿ ਠੀਕ ਹੈ, ਮੈਂ ਹੁਣ ਸਮਝ ਗਿਆ ਗੱਲ, ਕਿ ਤੁਸੀਂ ਬੁਲਾਓ ਅਮਰਿੰਦਰ ਸਿੰਘ ਨੂੰ।
ਮੈਂ ਮਹਾਰਾਜ ਸਾਹਿਬ ਨੂੰ ਸੁਣਿਆ ਦਿੱਤਾ ਵੀ ਸੰਤ ਜੀ ਮੰਨ ਗਏ ਤੇ ਤੁਹਾਨੂੰ ਮਿਲਣਾ ਚਾਹੁੰਦੇ ਆ। ਇਹ ਆਏ ਬੜੇ ਖੁਸ਼ ਹੋ ਕੇ ਤੇ ਸੰਤ ਜੀ ਨਾਲ ਮਿਲ ਕੇ ਸਾਰੀ ਗੱਲ ਡਿਸਕਸ ਕਰਕੇ ਚਲੇ ਗਏ ਜੀ। ਜੋ ਵੀ ਉਹਨਾਂ ਨੇ ਕਿਹਾ ਵੀ ਸੇਬ ਪੈਸੇ ਸਾਨੂੰ ਦੇ ਦਿਓ ਜਾਂ ਜੋ ਵੀ ਹੋਇਆ ਵੀ ਮਹਿਤਾ ਚੌਂਕ ਵਾਸਤੇ, ਤੇ ਉਹ ਗੱਲ ਸਾਰੀ ਤੈਅ ਹੋ ਕੇ ਤੇ ਬੜੇ ਖੁਸ਼ ਗਏ ਔਰ ਜਾ ਕੇ ਉਹਨਾਂ ਨੇ ਸਿੱਧਾ ਇੰਦਰਾ ਗਾਂਧੀ ਨਾਲ ਗੱਲ ਕੀਤੀ। ਜਦੋਂ ਕੈਪਟਨ ਸਾਹਿਬ ਦਿੱਲੀ ਜਾਂਦੇ ਆ ਜੀ, ਇੰਦਰਾ ਗਾਂਧੀ ਨੂੰ ਮਿਲਦੇ ਆ, ਇੰਦਰਾ ਦਾ ਕੀ ਜਵਾਬ ਸੀ? ਇੰਦਰਾ ਨੇ ਇਹ ਕਿਹਾ ਕਿ ਮੈਂ ਤਾਂ ਬਲੂ ਸਟਾਰ ਕਰਨਾ ਹੀ ਕਰਨਾ। ਇੰਦਰਾ ਗਾਂਧੀ ਨੂੰ ਮਿਸਗਾਈਡ ਕੀਤਾ ਗਿਆ ਟੋਟਲੀ ਆਰਮੀ ਦੁਆਰਾ ਜਾਂ ਇੰਟੈਲੀਜੈਂਸ ਏਜੰਸੀਆਂ ਦੁਆਰਾ ਕਿ ਸਾਡਾ 2 ਘੰਟਿਆਂ ਦਾ ਆਪਰੇਸ਼ਨ ਹੈ, ਅੱਛਾ ਪੈਰਾ ਕਮਾਂਡੋ ਜਾਣਗੇ, 2 ਘੰਟਿਆਂ 'ਚ ਅਸੀਂ ਸੰਤ ਨੂੰ ਫੜ ਕੇ ਬਾਹਰ ਲੈ ਆਵਾਂਗੇ, ਸਾਰੀ ਦੁਨੀਆ 'ਚ ਤੁਹਾਡੀ ਜੈ ਜੈਕਾਰ ਹੋ ਜਾਏਗੀ ਔਰ ਤੁਸੀਂ ਪਾਰਲੀਮੈਂਟ ਇਲੈਕਸ਼ਨ ਲੜ ਕੇ 500 ਦੀਆਂ 500 ਸੀਟਾਂ ਜਿੱਤ ਕੇ ਆਵੋਗੇ, ਜੋ ਮੋਦੀ ਹੁਣ ਕਰ ਰਿਹਾ। ਸੇਮ ਸਿਚੁਏਸ਼ਨ ਜਿਵੇਂ ਇਹਨੇ ਉਹ ਜਹਾਜ਼ੇ ਭੇਜ ਕੇ ਡਰਾਮਾ ਕੀਤਾ, ਸੇਮ ਸਿਚੁਏਸ਼ਨ ਜਿਹੜੀ ਸੀ ਉਹ ਇੰਦਰਾ ਗਾਂਧੀ ਆ ਗਈ ਤੇ ਉਹ ਕਹਿੰਦੀ ਮੈਂ ਤਾਂ ਕਰਨਾ ਹੀ ਕਰਨਾ, ਮੈਂ ਤਾਂ 500 ਸੀਟਾਂ ਜਿੱਤਣੀਆਂ, 400 300 ਸੀਟਾਂ ਜਿੱਤਣੀਆਂ। ਤੋ ਅਮਰਿੰਦਰ ਸਿੰਘ ਨੇ ਉਹਨੂੰ ਇਹ ਕਿਹਾ, ਉਦੋਂ ਇਹ ਮੰਮੀ ਕਹਿੰਦਾ ਹੁੰਦਾ ਸੀ ਕਿਉਂਕਿ ਆਈ ਵਾਜ਼ ਵੈਰੀ ਕਲੋਜ਼ ਟੂ ਅਮਰਿੰਦਰ ਸਿੰਘ, ਕਹਿੰਦਾ ਮੰਮੀ ਇਫ ਯੂ ਗੋ ਇਨ ਫਾਰ ਬਲੂ ਸਟਾਰ ਆਈ ਐਮ ਗੋਇੰਗ ਟੂ ਰਿਜ਼ਾਈਨ। ਅੱਛਾ। ਕਿਉਂਕਿ ਮੇਰੇ ਜਿਹੜੇ ਬਜ਼ੁਰਗ ਨੇ, ਮੇਰੇ ਵੱਡੇ ਵਡੇਰੇ ਨੇ, ਉਹਨਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸਿੱਖਾਂ ਦੇ ਖਿਲਾਫ ਔਰ ਸਾਡਾ ਹਿਸਟਰੀ 'ਚ ਨਾਂ ਬਦਨਾਮ ਹੈ ਔਰ ਮੈਂ ਉਹ ਧੋਣੇ ਧੋ ਦੇਣਾ ਚਾਹੁੰਦਾ, ਮੈਂ ਬਿਲਕੁਲ ਅਸਤੀਫਾ ਦਊਂਗਾ। ਅੱਛਾ। ਤੇ ਉਹਨੇ ਸੋਚਿਆ ਵੀ ਮਜ਼ਾਕ ਕਰਦਾ, ਉਹ ਓਕੇ ਕਰਕੇ ਤੇ ਹੋ ਗਈ ਤੇ ਆਪਰੇਸ਼ਨ ਬਲੂ ਸਟਾਰ ਹੋਇਆ। ਅੱਛਾ, ਤੁਸੀਂ ਆਰਮੀ ਨੁਕਤਾ ਨਿਗਾਹ ਤੋਂ ਦੱਸਿਓ ਜੀ, ਤੁਸੀਂ ਵੀ ਅੰਮ੍ਰਿਤਸਰ 'ਚ ਰਹਿੰਦੇ ਸੀ, ਅੰਦਰ ਜਿੱਡੀ ਵੱਡੀ ਇਹ ਫਾਈਟ ਹੋਈ ਇੰਨਾ ਅਸਲਾ ਸਮਾਨ ਅੰਦਰ ਸੀਗਾ ਜਾਂ ਸਵੇਗ ਸਿੰਘ ਉਹਨਾਂ ਦਾ, ਜਨਰਲ ਸਵੇਗ ਸਿੰਘ, ਉਹਨਾਂ ਦਾ ਕਿਹੋ ਜਿਹਾ ਰੋਲ ਸੀ? ਤੁਸੀਂ ਮਿਲੇ ਹੋ ਕਦੇ ਉਹਨਾਂ ਨੂੰ? ਨਹੀਂ, ਮੈਂ ਜਨਰਲ ਸਵੇਗ ਸਿੰਘ ਨੂੰ ਨਹੀਂ ਮਿਲਿਆ, ਬਟ ਆਈ ਹੈਡ ਹਰਡ ਅਬਾਊਟ ਹਿਮ ਬਿਕੋਜ਼ ਹੀ ਵਾਜ਼ ਮੁਕਤੀ ਬੈਨੀ ਇੰਚਾਰਜ ਸੀਗਾ ਸਾਡੇ 71 ਵਾਰ ਜਿਹੜੀ ਮੈਂ ਵੀ ਲੜੀ। ਹੀ ਵਾਜ਼ ਦੈਨ ਫਾਈਟਿੰਗ ਦੇਅਰ ਐਜ਼ ਅ ਮੇਜਰ ਜਨਰਲ ਜੀ। ਔਰ ਉਹ ਕਿਉਂਕਿ ਮੁਕਤੀ ਬੈਨੀ ਦਾ ਇੰਚਾਰਜ ਸੀਗਾ, ਉਹ ਗੁਰੀਲਾ ਫਾਈਟਿੰਗ ਦੇ ਵਿੱਚ ਐਕਸਪਰਟ ਸੀਗਾ ਔਰ ਉਹਨੇ ਉਹ 2 ਸਾਲ ਮੁਕਤੀ ਬੈਨੀ ਲੀਡ ਕੀਤੀ ਉੱਥੇ ਔਰ 2 ਸਾਲ ਉਹ ਗੁਰੀਲਾ ਵਾਰਫੇਅਰ ਉਹਨੇ ਲੜੀ ਹੈ। ਉਹਨੂੰ ਬਿਲਟ ਅਪ ਏਰੀਆ ਦੀ ਲੜਾਈ ਦਾ ਪਤਾ ਸੀ ਕਿਵੇਂ ਹੁੰਦੀ ਹੈ ਔਰ ਉਹਦੇ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਉਹ ਪੂਰਾ ਐਕਸਪਰਟ ਸੀਗਾ ਫਾਰ ਬਿਲਟ ਅਪ ਏਰੀਆ 'ਚ ਲੜਾਈ ਕਿਵੇਂ ਲੜੀ ਜਾਂਦੀ ਹੈ। ਜਿੱਥੋਂ ਤੱਕ ਹਥਿਆਰਾਂ ਦਾ ਸਵਾਲ ਹੈ, ਅਗਰ ਤੁਸੀਂ ਰਿਮੈਂਬਰ ਕਰੋ ਕਿ ਜਿਹੜੇ ਹਥਿਆਰ ਜਿਹੜੇ ਸੀਗੇ ਇਹ ਸਾਰੇ ਇੰਟੈਲੀਜੈਂਸ ਏਜੰਸੀਆਂ ਟਰੱਕਾਂ ਦੇ ਟਰੱਕ ਭਰ ਕੇ ਅੰਦਰ ਭੇਜ ਰਹੀਆਂ ਸੀ ਔਰ ਇਹ ਉੱਤੋਂ ਆਰਡਰ ਸੀਗੇ। ਇੱਕ ਗਵਰਨਰ ਆਇਆ ਪਾਂਡੇ, ਤੁਹਾਨੂੰ ਪਤਾ 6 ਮਹੀਨਿਆਂ 'ਚ 2 ਗਵਰਨਰ ਰਿਜ਼ਾਈਨ ਕਰ ਗਏ। ਉਹਨਾਂ ਨੇ ਕਿਹਾ ਅਸੀਂ ਇਹ ਕੰਮ ਨਹੀਂ ਕਰਨਾ। ਪਾਂਡੇ ਨੇ ਸਾਫ਼ ਕਹਿਤਾ ਕਿ ਮੈਂ ਇਹ ਕੰਮ ਨਹੀਂ ਕਰਨਾ, ਆਈ ਡੋਂਟ ਵਾਂਟ ਟੂ ਗੈਟ ਇਨਵੋਲਵਡ ਇਨਟੂ ਦਿਸ ਐਟ ਆਲ, ਔਰ ਉਹ ਅਸਤੀਫਾ ਦੇ ਕੇ ਚਲਾ ਗਿਆ। ਫਿਰ ਗਵਰਨਰ ਆਇਆ, ਉਹਨੇ ਕਿਹਾ ਮੈਂ ਵੀ ਨਹੀਂ ਇਹ ਕੰਮ ਕਰਨਾ, ਉਹ ਵੀ ਅਸਤੀਫਾ ਦੇ ਕੇ ਚਲਾ ਗਿਆ। ਫਿਰ ਰੇ ਲਿਆਂਦਾ ਗਿਆ ਜਿਹੜਾ ਕਿ ਕਾਂਗਰਸ ਦਾ ਚੀਫ ਮਿਨਿਸਟਰ ਸੀ, ਬੰਗਾਲ ਦਾ ਰਹਿ ਚੁੱਕਿਆ। ਰੇ ਨੂੰ ਇਸਤੇਮਾਲ ਕਰਕੇ ਰੇ ਨੇ ਹੀ ਇਹ ਸਾਰਾ ਡਰਾਮਾ ਰਚਿਆ ਔਰ ਰੇ ਹੀ ਇਹ ਸਾਰਾ ਬਲੂ ਸਟਾਰ ਤੱਕ ਇਹਨੂੰ ਲੈ ਕੇ ਗਿਆ। ਤੇ ਫਿਰ ਉਹ ਜਿੰਨੇ ਹਥਿਆਰ ਅੰਦਰ ਸੀਗੇ they were ready to fight for 6 months। ਅਗਰ ਟੈਂਕਸ ਨਾ ਆਉਂਦੇ ਤੇ 6 ਮਹੀਨੇ ਲੜਾਈ ਚੱਲਦੀ, ਖਤਮ ਨਹੀਂ ਸੀ ਹੋ ਸਕਦੀ, ਇੰਨਾ ਹਥਿਆਰ ਅੰਦਰ ਪਿਆ ਸੀ। ਅਸੀਂ ਹੁਣ ਇਹ ਤਾਂ ਆਪਾਂ ਗੱਲ ਹੋ ਗਈ 84 ਦੇ ਸਮੇਂ ਦੌਰਾਨ। ਉਹ ਤੋਂ ਬਾਅਦ ਜਿਹੜੇ ਹਾਲਾਤ ਬਣੇ, ਜਿਵੇਂ ਤੁਸੀਂ ਦੇਖੋ, ਤੁਸੀਂ ਸੰਤ ਲੌਂਗੋਵਾਲ ਨਾਲ ਵੀ ਕੁਝ ਟਾਈਮ ਸਪੈਂਡ ਕੀਤਾ ਹੈਗਾ ਜੀ। ਆਮ ਤੌਰ 'ਤੇ ਜੇ ਮੈਂ ਇਤਿਹਾਸ ਪੜ੍ਹਿਆ ਇਹੋ ਜਿਹੇ ਮੂਵਮੈਂਟ ਦਾ, ਤਾਂ ਉਹਦੇ ਵਿੱਚ ਹੁੰਦਾ ਕਿ ਇੱਕ ਜਿਹੜਾ ਨਰਮ ਧੜਾ ਹੁੰਦਾ ਜਿਹੜਾ ਟੇਬਲ ਤੇ ਬਹਿ ਕੇ ਗੱਲ ਕਰਦਾ, ਇੱਕ ਗਰਮ ਧੜਾ ਹੁੰਦਾ ਜਿਹੜਾ ਪ੍ਰੈਸ਼ਰ ਕ੍ਰੀਏਟ ਕਰਦਾ ਤਾਂ ਕਿ ਸਰਕਾਰ ਉਹਨਾਂ ਦੇ ਨਾਲ ਟੇਬਲ ਤੇ ਬੈਠੇ। ਅਦਰਵਾਈਜ਼ ਨਰਮ ਧੜੇ ਨਾਲ ਸਰਕਾਰਾਂ ਕਦੇ ਨਹੀਂ ਬਹਿੰਦੀਆਂ ਜਿੰਨਾ ਚਿਰ ਉਹ ਗਰਮ ਧੜੇ ਦਾ ਪ੍ਰੈਸ਼ਰ ਨਾ ਹੋਵੇ। ਪਰ ਇੱਥੇ ਤਾਂ ਗੱਲ ਬਿਲਕੁਲ ਹੀ ਅਸਤਗ੍ਰਸਤ ਹੋ ਗਈ। ਇਹ ਐਂ ਸੀ ਕਿ ਲੌਂਗੋਵਾਲ ਉਦੋਂ ਸਮਝੌਤਾ ਕਰਕੇ ਬਾਹਰ ਆਇਆ ਸੀ। ਅੱਛਾ। ਲੌਂਗੋਵਾਲ ਜਿਹੜਾ ਸਮਝੌਤਾ ਹੋਇਆ, ਰਾਜੀਵ ਲੌਂਗੋਵਾਲ ਸਮਝੌਤਾ, ਉਹ ਸਮਝੌਤਾ ਕਰਕੇ ਹੀ ਲੌਂਗੋਵਾਲ ਬਾਹਰ ਆਇਆ ਸੀ ਤੇ ਉਹਨੇ ਪੋਲੀਟੀਕਲ ਮੂਵਮੈਂਟਸ ਉਦੋਂ ਸ਼ੁਰੂ ਕੀਤੀਆਂ ਸੀ ਜੀ। ਔਰ ਉਹਨੇ ਅਮਰਿੰਦਰ ਨੂੰ ਕਿਹਾ ਸੀ ਕਿ ਮੈਂ ਤੈਨੂੰ ਚੀਫ ਮਿਨਿਸਟਰ ਬਣਾਉਣਾ, ਇਹ ਹਕੀਕਤ ਹੈ। ਅੱਛਾ। ਉਹ ਤੈਨੂੰ ਮੈਂ 20 ਸੀਟਾਂ ਦੇਣੀਆਂ, ਤੂੰ 20 ਬੰਦੇ ਆਪਦੇ ਤਿਆਰ ਕਰ ਲਾ। ਔਰ ਇਹ ਪੈਲਸ ਦੇ ਵਿੱਚ ਬਹਿ ਕੇ ਗੱਲਬਾਤ ਹੋਈ। ਅੱਛਾ। ਔਰ ਤੈਨੂੰ ਮੈਂ 20 MLA ਤੇਰੇ ਮੈਂ ਬਣਾਉਣੇ ਆ ਤੇ ਤੈਨੂੰ ਮੈਂ ਚੀਫ ਮਿਨਿਸਟਰ ਬਣਾਉਣਾ, ਇਹਨੂੰ ਬਾਦਲ ਨੂੰ ਮੈਂ ਚੀਫ ਮਿਨਿਸਟਰ ਨਹੀਂ ਬਣ ਦੇਣਾ। ਇਹ ਗੱਲ ਜਿਹੜੀ ਸੀ ਇਹ ਲੀਕ ਹੋ ਕੇ ਟੌਰੇ ਕੋਲੇ ਤੇ ਬਾਦਲ ਕੋਲੇ ਪਹੁੰਚ ਗਈ। ਅੱਛਾ। ਤੇ ਟੌਰੇ ਦੇ ਵਰਡ ਸੀ ਕਿ ਸਾਧ ਲੈ ਬੈਠਾ ਤੇ ਲੌਂਗੋਵਾਲ ਨੂੰ ਮਰਵਾ ਦਿੱਤਾ ਗਿਆ।
ਲੌਂਗੋਵਾਲ ਗੋਟ ਕਿਲਡ। ਇਹਨਾਂ ਨੇ ਹੀ ਮਰਵਾਇਆ ਕਿ ਸਾਧ ਨੂੰ ਨਾ ਸਾਂਭਿਆ ਤੇ ਸਾਧ ਸਾਨੂੰ ਲੈ ਬੈਠਾ। ਔਰ ਮੈਂ ਉਦੋਂ ਅਸੀਂ ਪੈਲਸ ਦੇ ਵਿੱਚ ਹੀ ਸੀਗੇ ਜਦੋਂ ਸਾਨੂੰ ਟੈਲੀਫੋਨ ਆਇਆ ਕਿ ਲੌਂਗੋਵਾਲ ਨੂੰ ਗੋਲੀ ਵੱਜੀ। ਸਭ ਤੋਂ ਪਹਿਲਾਂ ਮੈਂ ਤੇ ਅਮਰਿੰਦਰ ਸਿੰਘ ਹੀ ਉੱਥੇ ਹਸਪੀਟਲ ਸੰਗਰੂਰ ਪਹੁੰਚੇ। ਗਵਰਨਰ ਤੋਂ ਪਹਿਲਾਂ ਅਸੀਂ ਪਹੁੰਚੇ ਦੋਨੋਂ। ਅੱਛਾ ਹਾਂਜੀ। ਤੋ ਲੌਂਗੋਵਾਲ ਨੂੰ ਮਰਵਾਇਆ ਗਿਆ ਕਿਉਂਕਿ ਲੌਂਗੋਵਾਲ ਵਾਜ਼ ਨਾਟ ਪਲੇਇੰਗ देयर ਕਾਰਡਸ। ਔਰ ਬਾਦਲ ਸਾਹਿਬ ਨੇ ਤਾਂ ਦੇਖੋ ਕਿਸੇ ਨੂੰ ਛੱਡਿਆ ਹੀ ਨਹੀਂ। ਜਿਹਨੇ ਵੀ ਕਾਰਡ ਨਹੀਂ ਪਲੇ ਕੀਤੇ ਉਹਨੇ ਉਹਨੂੰ ਖਤਮ ਕੀਤਾ ਹੀ ਕੀਤਾ, ਭਾਵੇਂ ਉਹ ਤਲਵੰਡੀ ਸੀ, ਭਾਵੇਂ ਖੈਰੇ ਦਾ ਫਾਦਰ ਸੀਗਾ ਜਾਂ ਕੋਈ ਵੀ ਹੋਰ ਸੀ। ਔਰ ਰਵਿੰਦਰ ਸੀ, ਅਮਰਿੰਦਰ ਸੀ। ਦੇਖੋ ਉਹ ਉਦੋਂ ਤੋਂ ਲੈ ਕੇ ਸੁਖਬੀਰ ਵਾਸਤੇ ਰਾਹ ਸਾਫ਼ ਕਰਦਾ ਆ ਰਿਹਾ ਸੀ ਔਰ ਸਾਰੇ ਲੀਡਰਾਂ ਨੂੰ ਬਾਹਰ ਕੱਢੀ ਜਾ ਰਿਹਾ ਸੀ। ਮੈਨੂੰ ਪਤਾ ਜਦੋਂ ਅਮਰਿੰਦਰ ਸਿੰਘ ਨੂੰ ਉਹਨੇ ਟਿਕਟ ਨਹੀਂ ਦਿੱਤੀ ਜੀ, ਜਦੋਂ ਅਮਰਿੰਦਰ ਸਿੰਘ ਨੂੰ MLA ਦੀ ਟਿਕਟ ਹੀ ਨਹੀਂ ਦਿੱਤੀ, ਉਹ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਤੇ ਉੱਥੇ ਟੌਰੇ ਦੇ ਜਵਾਈ ਨੂੰ ਟਿਕਟ ਦਿੱਤੀ, ਅਮਰਿੰਦਰ ਸਿੰਘ ਨੂੰ ਨਹੀਂ ਦਿੱਤੀ। ਉਹ ਕਹਿੰਦੇ ਵੀ ਇਹ ਵੱਧ ਤੋਂ ਵੱਧ ਕੀ ਛੱਡ ਕੇ ਚਲਾ ਹੀ ਜਾਊਗਾ, ਜਾਣ ਦਿਓ। ਸੋ ਆਈ ਸੌ ਹਿਮ ਕਰਾਈਂਗ। ਮੈਂ ਅਮਰਿੰਦਰ ਸਿੰਘ ਨੂੰ ਰੋਂਦੇ ਦੇਖਿਆ ਕਿ ਇੰਨੀ ਮੇਰੀ ਬੇਇੱਜ਼ਤੀ ਕੀਤੀ ਇਹਨਾਂ ਨੇ, ਇੰਨਾ ਮੈਨੂੰ ਮਾਰਿਆ। ਕਹਿੰਦੇ ਜਾ ਤੂੰ ਤਲਵੰਡੀ ਸਾਬੋ ਲੜ ਲਾ। ਉਹ ਮੈਂ ਕਿਹਾ ਮਹਾਰਾਜ ਸਾਹਿਬ ਤਲਵੰਡੀ ਸਾਬੋ ਹੀ ਲੜ ਲਓ, ਆਪਾਂ ਉੱਥੋਂ ਵੀ ਜਿੱਤ ਜਾਵਾਂਗੇ। ਰਵਿੰਦਰ ਕਹਿੰਦਾ ਮੈਂ ਲੈ ਕੇ ਆਉਣਾ। ਰਵਿੰਦਰ ਗਿਆ ਉੱਥੇ, ਮਿਸਿਸ ਬਾਦਲ ਨੂੰ ਉਹਨੇ ਟੈਲੀਫੋਨ ਕੀਤਾ। ਜਾਂਦਿਆਂ ਰਵਿੰਦਰ ਜਦੋਂ ਉੱਥੇ ਬਠਿੰਡੇ ਪਹੁੰਚਿਆ ਇਹਨਾਂ ਦੇ ਪਿੰਡ ਬਾਦਲ, ਜਦ ਤੱਕ ਉਹ ਉੱਥੋਂ ਵੀ ਮੁੱਕਰ ਗਏ। ਉਹ ਕਹਿੰਦੇ ਅਸੀਂ ਉਹ ਵੀ ਅਨਾਉਂਸ ਕਰਤੀ ਤੁਸੀਂ ਲੇਟ ਹੋ ਗਏ। ਮਤਲਬ ਅਮਰਿੰਦਰ ਨੂੰ ਆਊਟ ਕੀਤਾ ਗਿਆ, ਫਿਰ ਰਵਿੰਦਰ ਨੂੰ ਆਊਟ ਕੀਤਾ। ਮਤਲਬ ਉਹਨੇ ਕੋਈ ਛੱਡਿਆ ਹੀ ਨਹੀਂ। ਜਿੰਨੇ ਵੀ ਇੰਪੋਰਟੈਂਟ ਸੀ ਨਾ ਸੋ ਕਾਲ ਟਕਸਾਲੀਏ, ਫਿਰ ਉਹ ਮੈਨੂੰ ਕਹਿੰਦੇ ਇਹ ਸਾਡੇ ਖਿਲਾਫ ਬੋਲਦਾ। ਇਹੀ ਰੱਖੇ ਉਹਨੇ ਕਿ ਜਿਹਨੂੰ ਕਹੇ ਖੜਾ ਹੋ ਜਾ, ਇੱਕ ਲੱਤ ਚੁੱਕ ਲੈ, ਲੱਤ ਚੁੱਕ ਲੈ, ਬਹਿ ਜੇ, ਉਹੀ ਰੱਖੇ। ਬਾਕੀ ਉਹਨੇ ਲੀਡਰ ਕੋਈ ਨਹੀਂ ਛੱਡਿਆ ਸਿੱਖ ਪੰਥ। ਅਸੀਂ ਉਸ ਤੋਂ ਬਾਅਦ ਤੁਸੀਂ ਜਿਹੜੀ ਕੈਂਪੇਨ ਚਲਾਈ ਜੀ ਸਿਮਰਜੀਤ ਸਿੰਘ ਮਾਨ ਦੇ, ਜਦੋਂ ਉਹ ਜੇਲ੍ਹ ਚੋਂ ਬਾਹਰ ਆਇਆ, ਉਹ ਕੀ ਐਪੀਸੋਡ ਆ? ਜੇਲ੍ਹ ਤੋਂ ਬਾਹਰ ਆਏ ਜਦੋਂ ਇਲੈਕਸ਼ਨ 'ਚ ਉਹ ਜਿੱਤ ਗਏ ਫੇਰ ਹੀ ਆਏ ਸੀ ਸਿਮਰਜੀਤ ਸਿੰਘ ਮਾਨ ਬਾਹਰ? ਹਾਂਜੀ। ਮੈਂ ਕਿਉਂਕਿ ਸੈਕਟਰੀ ਜਨਰਲ ਸੀਗਾ ਔਰ ਮੈਂ ਇਨ ਟੱਚ ਸੀਗਾ ਗਵਰਨਰ ਹਾਊਸ ਨਾਲ। ਮੈਨੂੰ ਰਤਰਾ 24 ਘੰਟੇ ਮੇਰੇ ਨਾਲ ਇਨ ਟੱਚ ਸੀ। ਇੱਕ ਤਾਂ ਦੇਵੀ ਲਾਲ ਨੇ ਆਪਣਾ ਜਹਾਜ਼ ਭੇਜਤਾ, ਅਸੀਂ ਪੰਜਾਬ ਗਵਰਨਮੈਂਟ ਦਾ ਜਹਾਜ਼ ਭਜਵਾਇਆ ਤੇ ਰਾਤ ਨੂੰ 11:30 ਵਜੇ ਇਹਨੂੰ ਭਾਗਲਪੁਰ ਜੇਲ੍ਹ ਚੋਂ ਬਾਹਰ ਕੱਢਿਆ ਗਿਆ। ਠੀਕ ਹੈ। ਔਰ ਮੈਨੂੰ ਟੈਲੀਫੋਨ ਆ ਗਿਆ ਕਿ ਅਸੀਂ ਇਹਨੂੰ ਰਿਲੀਜ਼ ਕਰ ਦਿੱਤਾ। ਅਸੀਂ ਅੰਮ੍ਰਿਤਸਰ ਸੀਗੇ ਹਵਾਈ ਅੱਡੇ ਤੇ ਉਹ ਖਬਰ ਪਹੁੰਚ ਚੁੱਕੀ ਸੀ ਲੋਕਾਂ ਤੱਕ ਕਿ ਸਿਮਰਨਜੀਤ ਮਾਨ ਨੇ ਅੱਜ ਰਾਤ ਨੂੰ 1 ਵਜੇ ਆਉਣਾ। ਅੱਛਾ। ਤੁਸੀਂ ਇਹ ਬਲੀਵ ਹੀ ਨਹੀਂ ਕਰ ਸਕਦੇ ਕਿ ਅੰਮ੍ਰਿਤਸਰ ਤੋਂ ਲੈ ਕੇ ਰਾਜਾ ਸਾਂਸੀ ਹਵਾਈ ਅੱਡੇ ਤੱਕ ਪੱਤਾ ਰੱਖਣ ਵਾਸਤੇ ਜਗ੍ਹਾ ਨਹੀਂ ਸੀ। ਲੱਖਾਂ ਦੀ ਗਿਣਤੀ 'ਚ ਦੁਨੀਆ ਉੱਥੇ ਹਵਾਈ ਅੱਡੇ 'ਤੇ ਪਹੁੰਚੀ। ਔਰ ਜਦੋਂ ਜਹਾਜ਼ ਉਤਰਿਆ ਤਾਂ ਇਹ ਸੀ ਕਿ ਜਹਾਜ਼ 'ਚ ਪਹਿਲਾਂ ਵੜਦਾ ਕੌਣ ਮਾਨ ਨੂੰ ਮਿਲਣ ਵਾਸਤੇ। ਤੋ ਸਾਰੇ ਖੜੇ ਸੀ, ਮੈਂ ਬ੍ਰਹਮਪੁਰਾ ਜਿੰਨੇ ਵੀ ਲੀਡਰ ਲੂਡਰ ਸੀ ਸਾਰੇ। ਤੇ ਮੈਂ ਉਹ ਜਹਾਜ਼ ਚੜ੍ਹ ਗਿਆ ਪੌੜੀਆਂ ਤੇ ਬ੍ਰਹਮਪੁਰੇ ਨੇ ਮੇਰੀ ਆਰਟੀਫਿਸ਼ੀਅਲ ਬਾਂਹ ਖਿੱਚ ਲਈ। ਕਹਿੰਦਾ ਥੱਲੇ ਆ ਜਾ ਜਹਾਜ਼ ਦੇਖ। ਉਹ ਬਾਂਹ ਟੁੱਟ ਕੇ ਉਹਦੇ ਹੱਥ 'ਚ ਆ ਗਈ ਤੇ ਬਾਂਹ ਮੇਰੀ ਹੋ ਲਈ। ਫਿਰ ਮੈਂ ਮਾਨ ਨੂੰ ਜਾ ਕੇ ਮਿਲਿਆ। ਅੱਛਾ, ਜਦੋਂ ਮਾਨ ਬਾਹਰ ਆਇਆ, ਜਦੋਂ ਵੈਨ ਹੀ ਸੌ ਪੀਪਲ ਇਨ ਮਿਲੀਅਨਸ ਸਟੈਂਡਿੰਗ ਐਟ ਰਾਤ ਨੂੰ ਮਿਡਨਾਈਟ ਨੂੰ, ਤੇ ਮਾਨ ਸਾਹਿਬ ਪਾਗਲ ਹੋ ਗਏ ਬਈ ਇਹ ਤਾਂ ਬੱਲੇ 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 ਤਾਂ ਖਾਲਿਸਤਾਨ ਬਣ ਗਿਆ ਹੁਣ ਮੇਰਾ। ਤੋ ਨੈਕਸਟ ਡੇ ਇਹ ਮਾਨ ਦੇ ਬ੍ਰਦਰ ਇਨ ਲਾ ਦਾ ਘਰ ਸੀਗਾ ਮਾਲ ਰੋਡ ਤੇ ਜੀ ਭਾਟੀਆ ਦੇ ਘਰ ਨਾਲ। ਉੱਥੇ ਫਿਰ ਅਗਲੇ ਦਿਨ ਸਾਡੀ ਮੀਟਿੰਗ ਹੋਈ ਤੇ ਕੁਝ ਬੰਦੇ ਸੀਗੇ ਜਿਹੜੇ ਮੈਂ ਉਹਨਾਂ ਦੇ ਹੁਣ ਨਾਂ ਨਹੀਂ ਲੈਣੇ ਕਿਉਂਕਿ ਲੋਕੀ ਰਿਜ਼ੈਂਟਮੈਂਟ ਬੜੀ ਕਰਦੇ ਆ। ਜੀ। ਉਹ ਕਹਿੰਦੇ ਜੀ ਖਾਲਿਸਤਾਨ ਦਾ ਮਤਾ ਪਾਸ ਕਰੋ ਜੀ। ਸਾਨੂੰ ਪਤਾ ਗਵਰਨਮੈਂਟ ਦੇ ਬੰਦੇ ਸੀਗੇ। ਤੇ ਉਹ ਜਿਹੜਾ ਕੈਪਟਨ ਰੋਡੇ ਸੀ ਨਾ, ਹਰਚਰਨ ਸਿੰਘ ਰੋਡੇ, ਜੀ ਉਹ ਕਹਿੰਦਾ ਵੀ ਉਹ ਤਾਂ ਵਿਚਾਰਾ ਅੱਜ ਹੀ ਛੁੱਟ ਕੇ ਆਇਆ ਤੇ ਤੁਸੀਂ ਪਤਾ ਅੱਜ ਹੀ ਇਹਨੂੰ ਫਿਰ ਜੇਲ੍ਹ 'ਚ ਭੇਜਣਾ ਚਾਹੁੰਦੇ ਜੇ। ਐਂ ਕਰੋ ਤੁਸੀਂ ਮੇਰੇ ਨਾਲ ਆਓ, ਆਪਾਂ ਬਹਿ ਕੇ ਪ੍ਰੈਸ ਕਾਨਫਰੰਸ ਕਰਦੇ ਹਾਂ ਤੇ ਆਪਾਂ ਖਾਲਿਸਤਾਨ ਦਾ ਐਲਾਨ ਕਰ ਦਿੰਦੇ ਹਾਂ ਤੇ ਮਾਨ ਨੂੰ ਰਹਿਣ ਦਿਓ। ਔਰ ਨਹੀਂ ਜੀ ਮਾਨ ਤੋਂ ਬਿਨਾਂ ਫਿਰ ਖਾਲਿਸਤਾਨ ਕਿਵੇਂ ਬਣੇਗਾ। ਉਸ ਵੇਲੇ ਭੱਜ ਗਏ ਸਾਰੇ। ਅੱਛਾ। ਤੋ ਉਸ ਤੋਂ ਬਾਅਦ ਫਿਰ ਚਲੋ ਜਿਵੇਂ ਵੀ ਸਾਡੀ ਪਾਰਟੀ ਦੀਆਂ ਐਕਟੀਵਿਟੀਜ਼ ਹੋਈਆਂ ਤੇ ਪਾਰਟੀ ਨੂੰ ਆਰਗੇਨਾਈਜ਼ ਕਰਨਾ, ਪਾਰਟੀ ਦਾ ਸਾਰਾ ਸਿਸਟਮ ਲਿਆਉਣਾ ਉਹਦੇ 'ਚ, ਉਹ ਕਰਕੇ ਉਹ ਲੱਗੇ ਸਾਨੂੰ 6 ਮਹੀਨੇ ਲੱਗੇ। ਤੋ ਮੈਨੂੰ ਉੱਥੇ ਚੰਡੀਗੜ੍ਹ ਆਫਿਸ ਦਾ ਸੈਕਟਰੀ ਜਨਰਲ ਬਣਾ ਦਿੱਤਾ ਗਿਆ। ਜੀ। ਤੇ ਸਾਰਾ ਜਿਹੜਾ ਹੈਂਡਲਿੰਗ ਕਰਦਾ ਸੀ ਮਾਨ ਸਾਹਿਬ ਤਾਂ ਕਿਸੇ ਨਾਲ ਗੱਲ ਨਹੀਂ ਸੀ ਕਰਦੇ।
ਅੱਛਾ ਜੀ। ਟੋਟਲ ਹੈਂਡਲਿੰਗ ਗਵਰਨਰ ਨਾਲ ਕਰਨੀ ਹੈ, ਡੀਜੀਪੀ ਨਾਲ ਕਰਨੀ ਹੈ, ਪ੍ਰਾਈਮ ਮਿਨਿਸਟਰ ਆਫ ਇੰਡੀਆ ਨਾਲ ਕਰਨੀ ਹੈ, ਉਹ ਮੈਂ ਹੀ ਕਰਨੀ ਹੈ। ਔਰ ਮੈਂ ਹੀ ਜਾ ਕੇ ਮਾਨ ਨੂੰ ਫਿਰ ਰਿਪੋਰਟ ਦੇਣੀ ਹੈ ਵੀ ਆਹ ਹੋ ਗਿਆ, ਆਹ ਨਹੀਂ ਹੋਇਆ। ਤੇ ਉਹ ਮੈਨੂੰ ਭੇਜਦਾ ਸੀ ਕਿ ਗਵਰਨਰ ਉਸ ਪ੍ਰਾਈਮ ਮਿਨਿਸਟਰ ਆ ਰਿਹਾ, ਜਾਓ ਮਿਲੋ ਜਾ ਕੇ, ਆਹ ਮੈਮੋਰੈਂਡਮ ਮੇਰਾ ਦੇ ਕੇ ਆਓ। ਉਹ ਕੰਮ ਚੱਲਦਾ ਚੱਲਦਾ ਫਿਰ ਪ੍ਰਾਈਮ ਮਿਨਿਸਟਰ ਵਾਂਟਡ ਕਿ ਮੈਂ ਇਲੈਕਸ਼ਨ ਕਰਾਉਣਾ, ਤੁਸੀਂ ਇਲੈਕਸ਼ਨ ਜਿੱਤੋ, ਇਲੈਕਸ਼ਨ ਜਿੱਤ ਕੇ ਤੁਸੀਂ ਸਰਕਾਰ ਬਣਾਓ, ਸਰਕਾਰ ਬਣਾਉਣ ਤੋਂ ਬਾਅਦ ਮੈਂ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਕਰਾਵਾਂਗਾ, ਤੁਸੀਂ ਬਾਲਟ ਟੋਰੇ ਨੂੰ ਕੱਢ ਕੇ ਬਾਹਰ ਮਾਰੋ। ਅੱਛਾ। ਉਹ ਮੈਨੂੰ ਇੱਕੋ ਗੱਲ ਦੀ ਅੱਜ ਤੱਕ ਨਹੀਂ ਸਮਝ ਆਈ ਕਿ ਮਾਨ ਸਾਹਿਬ ਇਲੈਕਸ਼ਨ ਨਹੀਂ ਸੀ ਚਾਹੁੰਦੇ। ਕਿਉਂ ਨਹੀਂ ਸੀ ਚਾਹੁੰਦੇ ਇਹ ਹੁਣ ਉਹ ਹੀ ਦੱਸ ਸਕਦੇ ਨੇ। ਬਈ ਉਹ ਪ੍ਰਾਈਮ ਮਿਨਿਸਟਰ ਨੂੰ ਮਿਲਣਾ ਹੀ ਨਹੀਂ ਸੀ ਚਾਹੁੰਦੇ ਕਿਸੇ ਵੀ ਕੀਮਤ ਤੇ। ਬੀਪੀ ਸਿੰਘ ਆਇਆ, ਹੀ ਰਿਫਿਊਜ਼ ਟੂ ਮੀਟ ਹਿਮ, ਔਰ ਉਹਨਾਂ ਨੇ ਹੋਮ ਮਿਨਿਸਟਰ ਨੂੰ ਮੇਰੇ ਘਰੇ ਭੇਜਿਆ। ਸੁਬੋਧ ਕਾਂਤ ਸਹਾਇ ਕੇਮ ਟੂ ਮਾਈ, ਮੈਂ ਐਮਐਲਏ ਫਲੈਟ ਅਮਰਿੰਦਰ ਸਿੰਘ ਦੇ ਫਲੈਟ 'ਚ ਮੈਂ ਸੀਗਾ, ਸੈਕਟਰ 3-13 ਨੰਬਰ 'ਚ। ਮੈਂ 9 ਸਾਲ ਉਹਦੇ ਫਲੈਟ 'ਚ ਰਿਹਾ, ਅਮਰਿੰਦਰ ਸਿੰਘ ਦੇ ਫਲੈਟ 'ਚ। ਬਾਅਦ 'ਚ ਚਲੋ ਉਹ ਐਮਐਲਏ ਖਤਮ ਹੋ ਗਏ, ਅਸੀਂ ਅਕਾਲੀ ਦਲ ਆ ਗਿਆ, ਫਿਰ ਅਸੀਂ ਵੈਸੇ ਹੀ ਉਹਦੇ 'ਚ ਕਬਜ਼ਾ ਕਰੀ ਰੱਖਿਆ। ਤੋ ਉਹ ਸੁਬੋਧ ਕਾਂਤ ਸਹਾਇ ਮੇਰੇ ਘਰ ਆਇਆ ਤੇ ਮੈਨੂੰ ਕਹਿੰਦਾ ਵੀ ਮੇਰੀ ਮਾਂ ਨਾਲ ਮੀਟਿੰਗ ਕਰਾਓ। ਇਹ ਯੂਟੀ ਗੈਸਟ ਹਾਊਸ 'ਚ ਠਹਿਰਿਆ ਸੀ, ਪਿੱਛੇ ਜੰਗਲ ਹੈ ਸੈਕਟਰੀਏਟ ਦੇ ਪਿੱਛੇ, ਉੱਥੇ ਇੱਕ ਗੈਸਟ ਹਾਊਸ ਬਣਿਆ ਹੋਇਆ। ਮੈਂ ਜਾ ਕੇ ਇਹਨੂੰ ਮਿਲ ਕੇ ਆਇਆ ਤੇ ਮੈਂ ਕਿਹਾ ਵੀ ਸੁਬੋਧ ਕਾਂਤ ਸਹਾਇ ਆਇਆ ਤਾਂ ਉਹ ਤੁਹਾਨੂੰ ਮਿਲਣਾ ਚਾਹੁੰਦਾ। ਕਹਿੰਦਾ ਲੈ ਕੇ ਆਓ ਜੀ। ਮੈਂ ਵਾਪਸ ਆਇਆ ਤੇ ਮੈਂ ਸੁਬੋਧ ਕਾਂਤ ਸਹਾਇ ਨੂੰ ਉੱਥੇ ਲੈ ਗਿਆ। ਜਦੋਂ ਮੈਂ ਲੈ ਕੇ ਗਿਆ ਤੇ ਇਹ ਉੱਥੇ ਹੈ ਨਹੀਂ ਸੀ, ਇਹ ਭੱਜ ਗਿਆ ਉੱਥੋਂ। ਉਹ ਕਹਿੰਦੇ ਜੋ ਪਾਠ ਕਰਦੇ ਕਰਦੇ ਜੰਗਲਾਂ ਨੂੰ ਚਲੇ ਗਏ ਜੀ। ਇਹ ਮੈਨੂੰ ਤਾਂ ਸਮਝ ਨਹੀਂ ਆਈ ਉਦੋਂ ਬਈ ਪਹਿਲਾਂ ਮੈਨੂੰ ਕਹਿੰਦੇ ਜਾਓ ਲੈ ਕੇ ਆਓ, ਫਿਰ ਮਿਲਣਾ ਨਹੀਂ ਚਾਹੁੰਦੇ। ਫਿਰ ਮੈਨੂੰ ਕਹਿੰਦੇ ਚੰਦਰ ਸ਼ੇਖਰ ਨੂੰ ਮਿਲੋ ਗਵਰਨਰ, ਉਹ ਜਾ ਕੇ ਮੈਂ ਗਿਆ, ਮੈਮੋਰੈਂਡਮ ਦਿੱਤਾ। ਉਹ ਕਹਿੰਦੇ ਮਾਨ ਸਾਹਿਬ ਨੂੰ ਲੈ ਕੇ ਆਓ। ਉੱਥੇ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਚੰਦਰ ਸ਼ੇਖਰ ਨੂੰ, ਪ੍ਰਾਈਮ ਮਿਨਿਸਟਰ ਨੂੰ, ਕਿ ਸਰ ਤੁਸੀਂ KPS ਗਿੱਲ ਨੂੰ ਤੇ ਚੀਫ ਸੈਕਟਰੀ ਨੂੰ ਟ੍ਰਾਂਸਫਰ ਕਰੋ ਤੇ ਫਿਰ ਅਸੀਂ ਤੁਹਾਨੂੰ ਮਿਲਣ ਆ ਸਕਦੇ ਹਾਂ। ਮੈਨੂੰ ਮਾਨ ਨੇ ਕਿਹਾ ਸੀ ਕਿ ਉਹਨਾਂ ਨੂੰ ਕੋਈ ਟ੍ਰਾਂਸਫਰ ਕਰੋ, ਮੈਂ ਤਾਂ ਆਵਾਂਗਾ ਮਿਲਣ ਵਾਸਤੇ। ਤੇ ਮੈਨੂੰ ਕਹਿੰਦਾ ਬਈ ਯਾਰ ਕੀ ਛੋਟੇ ਛੋਟੇ ਅਫਸਰਾਂ ਦੀ ਤੁਸੀਂ ਗੱਲ ਕਰਦੇ ਜੀ। ਮੈਂ ਕਿਹਾ ਜੀ ਤੁਹਾਡੇ ਵਾਸਤੇ ਛੋਟੇ ਅਫਸਰ ਨੇ, ਸਾਡੇ ਇਹਨਾਂ ਨੇ ਮੁੰਡੇ ਮਾਰੇ ਹੈ। ਔਰ ਅਸੀਂ ਹਰ ਸਟੇਜ ਦੇ ਉੱਤੇ ਅਨਾਉਂਸ ਕੀਤਾ ਵੀ ਜਦ ਤੱਕ ਇਹਨਾਂ ਬੁਚਰਾਂ ਨੂੰ ਇੱਥੋਂ ਨਹੀਂ ਕੱਢਿਆ ਜਾਏਗਾ ਅਸੀਂ ਸਰਕਾਰ ਨਾਲ ਗੱਲ ਨਹੀਂ ਕਰਾਂਗੇ। ਤਾਂ ਅਸੀਂ ਤਾਂ ਸਟੈਂਡ ਲਈ ਬੈਠੇ ਹਾਂ। ਉਹ ਕਹਿੰਦਾ ਵੀ ਮੈਂ ਜਾ ਕੇ ਸ਼ਾਮ ਨੂੰ 5 ਵਜੇ ਟ੍ਰਾਂਸਫਰ ਕਰ ਦੇਣਾ। ਅੱਛਾ। ਤੂੰ ਮਾਨ ਨੂੰ ਲਿਆਏਗਾ? ਮੈਂ ਕਿਹਾ ਬਿਲਕੁਲ ਲਿਆਉਂਗਾ। ਉਹਨੇ ਜਾ ਕੇ 5 ਵਜੇ ਟ੍ਰਾਂਸਫਰ ਕਰਤੇ। ਔਰ ਇਟ ਵਾਜ਼ ਅ ਸ਼ੌਕ ਟੂ KPS ਗਿੱਲ ਕਿ ਮੈਂ ਇੰਨੇ ਪੈਸੇ ਟੈਚੀਆਂ ਦੇ ਟੈਚੀ ਭਰ ਕੇ ਭੇਜਦਾ, ਮੈਨੂੰ ਪਤਾ ਹੀ ਨਹੀਂ ਲੱਗਿਆ ਮੇਰੀ ਟ੍ਰਾਂਸਫਰ ਹੋ ਗਈ। ਈਵਨ ਚੀਫ ਸੈਕਟਰੀ ਕੁਡਨਟ ਟੈਲ ਮੀ, ਈਵਨ ਪ੍ਰਾਈਮ ਮਿਨਿਸਟਰ ਦਾ ਸੈਕਟਰੀ ਕੁਡਨਟ ਟੈਲ ਮੀ। ਉਹ ਜਾ ਕੇ ਜਦੋਂ ਟ੍ਰਾਂਸਫਰ ਹੋ ਗਈ ਤੇ ਮੈਂ ਮਾਨ ਸਾਹਿਬ ਨੂੰ ਕਿਹਾ, ਮੈਂ ਕਿਹਾ ਜੀ ਉਹ ਤਾਂ ਕਰਤੇ ਟ੍ਰਾਂਸਫਰ, ਕਰੋ ਤਿਆਰੀ ਫਿਰ ਚੱਲਣਾ। ਅੱਛਾ, ਮਾਨ ਸਾਹਿਬ ਨੇ ਕਹਿੰਦਾ ਠੀਕ ਹੈ ਜੀ ਫਿਰ ਲੈ ਲਓ, ਅਗਲੇ ਹਫਤੇ ਆਪਾਂ ਚੱਲਦੇ ਹਾਂ। ਉਹ ਫਿਰ ਇਹਨੇ ਕੀ ਕੀਤਾ ਕਿ ਇਹਨੇ ਕਿਹਾ ਵੀ ਕੈਪਟਨ ਸਿੱਧੂ ਜਿਹੜਾ ਉਹ ਹੀਰੋ ਬਣਦਾ ਜਾ ਰਿਹਾ, ਉਹ ਪ੍ਰਾਈਮ ਮਿਨਿਸਟਰ ਦਾ ਉਹਦੀ ਫਲਾਣਾ, ਉਹ ਮੈਨੂੰ ਨਾਲ ਲੈ ਕੇ ਜਾਣਾ ਹੀ ਨਹੀਂ ਚਾਹੁੰਦਾ। ਇਹ ਮੇਰੇ ਥਰੂ ਉਹਨੇ ਪੈਂਤੜਾ ਹੀ ਬਦਲਤਾ। ਉਹਨੇ ਹਰਮੋਹਨ ਧਵਨ ਦੇ ਥਰੂ ਫੜ ਲਿਆ। ਅੱਛਾ। ਹਰਮੋਹਨ ਧਵਨ ਦੇ ਇੱਕ ਉੱਥੇ ਵਕੀਲ ਸੀਗਾ ਉਹਦੇ ਥਰੂ, ਤੇ ਉਹ ਹਰਮੋਹਨ ਧਵਨ ਨਾਲ ਸਿੱਧਾ ਪ੍ਰਾਈਮ ਮਿਨਿਸਟਰ ਨਾਲ ਹੋ ਗਿਆ ਕਿਉਂਕਿ ਹਰਮੋਹਨ ਧਵਨ ਮਿਨਿਸਟਰ ਸੀਗਾ ਪ੍ਰਾਈਮ ਮਿਨਿਸਟਰ ਦਾ। ਤੇ ਮੈਨੂੰ ਆਊਟ ਕਰਤਾ। ਤੇ ਮੈਂ ਕਿਹਾ ਮੇਰੀ ਸਿਹਤ 'ਤੇ ਕੋਈ ਅਸਰ ਨਹੀਂ ਹੈਗਾ, ਮੈਂ ਇਹਨਾਂ 'ਚ ਰਹਿਣਾ ਵੀ ਨਹੀਂ ਚਾਹੁੰਦਾ ਕਿਉਂਕਿ ਜਦੋਂ ਤੁਸੀਂ ਨੈਗੋਸੀਏਸ਼ਨਾਂ 'ਚ ਆਉਂਦੇ ਜੇ ਨਾ ਤੇ ਤੁਹਾਡੀ ਜਾਨ ਨੂੰ ਬੜਾ ਖਤਰਾ ਹੁੰਦਾ। ਤੇ ਮੈਂ ਅਵੋਇਡ ਵੀ ਕਰਦਾ ਵੀ ਠੀਕ ਹੈ ਤੂੰ ਯਾਰ ਸਿੱਧੀ ਕਰ ਲੈ ਗੱਲ, ਮੈਨੂੰ ਕੋਈ ਤੇਰੇ 'ਤੇ ਇਤਰਾਜ਼ ਨਹੀਂ ਹੈਗਾ। ਤੇ ਮੈਨੂੰ ਦਿੱਲੀ ਲੈ ਗਏ। ਤੇ ਦਿੱਲੀ ਜਦੋਂ ਗਏ ਪ੍ਰਾਈਮ ਮਿਨਿਸਟਰ ਦੇ ਘਰ ਤੇ ਮੇਰੀ ਗੱਡੀ ਦਾ ਪਾਸ ਨਹੀਂ ਆਇਆ। ਦੇਅਰਫੋਰ ਆਈ ਕੈਨਟ ਐਂਟਰ ਇਨ ਪ੍ਰਾਈਮ ਮਿਨਿਸਟਰ ਹਾਊਸ। ਤੇ ਲੈ ਕੇ ਮੈਂ ਜਾ ਰਿਹਾ, ਗੱਲਬਾਤ ਮੇਰੇ ਥਰੂ ਹੈ। ਤੇ ਮੇਰੀ ਗੱਡੀ ਦਾ ਪਾਸ ਨਹੀਂ ਹੈਗਾ ਤੇ ਮੈਂ ਗਨਮੈਨਾਂ ਦੀ ਗੱਡੀ 'ਚ ਬਹਿ ਗਿਆ। ਗਨਮੈਨ ਜਿਪਸੀ ਜਾ ਰਹੀ ਸੀ, ਮੈਂ ਐਸੇ ਨੂੰ ਕਿਹਾ ਯਾਰ ਤੂੰ ਪਿੱਛੇ ਬੈਠ। ਮੈਂ ਅੱਗੇ ਬਹਿ ਗਿਆ, ਮੈਂ ਗਨਮੈਨਾਂ ਨਾਲ ਅੱਗੇ ਲੰਘ ਗਿਆ ਜਾ ਕੇ। ਅੱਛਾ, ਜਦੋਂ ਮੈਂ ਅੰਦਰ ਗਏ ਤੇ ਮੈਨੂੰ ਬਾਪੂ ਜੋਗਿੰਦਰ ਸਿੰਘ ਮਾਨ ਨੇ ਨਾ ਲਿਖ ਕੇ ਦਿੱਤਾ ਸੀ ਚਿੱਠੀ ਕਿ ਜਿਹੜਾ ਮੇਰੇ ਬ੍ਰਦਰ ਭਨਵਈਆ ਵੱਡਾ, ਉਹ ਫਾਈਨੈਂਸ਼ੀਅਲ ਉਹਦੇ ਸੀਗਾ ਇਲੈਕਟ੍ਰਿਸਿਟੀ ਬੋਰਡ 'ਚ ਫਾਈਨੈਂਸ ਡਿਪਾਰਟਮੈਂਟ ਦਾ ਹੈਡ ਸੀ। ਅੱਛਾ। ਉਹ ਕਹਿੰਦਾ ਵੀ ਤੂੰ ਚੰਦਰ ਸ਼ੇਖਰ ਨੂੰ ਕਹਿ ਕੇ ਇਹਨੂੰ ਚੇਅਰਮੈਨ ਬਣਾ ਕੇ ਲਿਆਉਣਾ इलेक्ट्रिसिटी बोर्ड का। मैं चंद्रशेखर नाल गल की, कहना सरदार जी मुझे लिख के दे दो, सैकटरी साहब को लिख के दे दो, मैं बना दूंगा। मैं सैकटरी के अंदर जो गया कागज़ लैन लिखत ने तो मैं देखा उत्थे ਬੱਬਰ ਰਾਏ ਦੇ ਵੀ ਰਿਪਰੈਜ਼ੈਂਟੇਟਿਵ थे, सोहन सिंह पंथक कमेटी के भी रिप्रजेंटेटिव बैठे तो लड़ रहे थे उन्होंने कि सब तो पहला साडा टाइम सी, तुसीं सानू मिलाया नहीं, मां नूं पहला मनाता, असीं हुण मिलदे ही नहीं।
ਅੱਛਾ ਜੀ। ਉਹ ਕਹਿ ਰਹੇ ਸੀ ਕਿ ਦੇਖੋ ਤੁਹਾਡਾ ਟਾਈਮ ਸੀ 8 ਵਜੇ ਦਾ, ਮਾਨ ਦਾ ਟਾਈਮ ਸੀਗਾ 8:30 ਵਜੇ ਦਾ, ਤੇ ਡੰਪੀ ਦੀ ਮੈਰਿਜ ਤੇ ਉਥੇ ਜਾਮਾ ਮਸਜਿਦ 'ਚ ਪ੍ਰਾਈਮ ਮਿਨਿਸਟਰ ਗਏ ਸੀ, ਉਥੇ ਭੀੜ ਭੜੱਕੇ 'ਚ ਫਸ ਗਏ, ਉਥੇ ਹੋ ਗਏ ਅੱਧਾ ਘੰਟਾ ਲੇਟ ਹੋਣ ਕਰਕੇ ਤੁਹਾਡਾ ਟਾਈਮ ਖਤਮ ਹੋ ਗਿਆ, ਤੁਹਾਡਾ ਕੱਲ ਨੂੰ ਟਾਈਮ ਰੱਖ ਦਿੰਦੇ ਹੋ। ਕਹਿੰਦਾ ਨਹੀਂ ਅਸੀਂ ਨਹੀਂ ਮਿਲਦੇ, ਤੁਸੀਂ ਮਾਨ ਨੂੰ ਕਿਉਂ ਪਹਿਲਾਂ ਮਿਲਾਇਆ ਸਾਡੇ ਤੋਂ, ਪਹਿਲਾਂ ਸਾਨੂੰ ਮਿਲਣਾ ਚਾਹੀਦਾ ਸੀ। ਮੈਂ ਉਹ ਮਨਿੰਦਰਜੀਤ ਗੁਗੜੀ ਸੀਗਾ ਮਾਨ ਦਾ ਸੈਕਟਰੀ, ਮੈਂ ਉਹਨੂੰ ਬੁਲਾਇਆ, ਮੈਂ ਕਿਹਾ ਮਾਨ ਅੰਦਰ ਗਿਆ ਪ੍ਰਾਈਮ ਮਿਨਿਸਟਰ ਨਾਲ 1 to 1 ਗੱਲ ਕਰਨ, ਤੇ ਉਹ ਕਹਿੰਦਾ ਸਾਰੇ ਮਿਲੀਟੈਂਟ ਮੇਰੇ ਨਾਲ ਨੇ, ਸਾਰੇ ਖਾੜਕੂ ਮੇਰੇ ਨਾਲ ਨੇ। ਮੈਂ ਕਿਹਾ ਉਹ ਸੈਪਰੇਟ ਬੈਠੇ ਆ, ਲੜਦੇ ਪਏ ਆ, ਦੇਖ ਲੈ ਜਾ ਕੇ ਤੇ ਮਾਨ ਨੂੰ ਦੱਸ ਦੇਈਂ। ਅਜੇ ਉਹ ਮੈਨੂੰ ਨਾਲ ਲੈ ਗਏ, ਕਹਿੰਦਾ ਯਾਰ ਤੂੰ ਚੱਲ ਸਾਡੇ ਨਾਲ ਚੱਲ। ਉਹ ਜਿਹੜਾ ਉਹਨਾਂ ਦਾ ਸੈਕਟਰੀ ਸੀਗਾ ਤੇ ਸੁਰਜੀਤ ਉਹਦਾ ਨਾਂ ਸੀ ਮੁੰਡੇ ਦਾ ਜਿਹੜਾ ਕਰਦਾ ਸੀ, ਉਹ ਮੇਰੇ ਹੀ ਥਰੂ ਉੱਥੇ ਸਾਡੇ ਮਾਨਗਲ ਦੇ ਦਾ ਸੈਕਟਰੀ ਬਣ ਕੇ ਉਹਨੂੰ ਮੈਂ ਰਕਾਬਗੰਜ ਗੁਰਦੁਆਰੇ 'ਚ ਕਮਰਾ ਦਵਾਇਆ ਤੇ ਕੰਮ ਹੋਣਾ ਵਾਸਤੇ ਕਰਦਾ ਸੀ। ਉਹ ਸਾਨੂੰ ਬਾਅਦ 'ਚ ਪਤਾ ਲੱਗਿਆ ਤੇ ਉਹ ਮੈਨੂੰ ਕਹਿੰਦਾ ਭਾਜੀ ਸਾਡਾ ਤੁਸੀਂ ਮੈਮੋਰੈਂਡਮ ਲਿਖ ਕੇ ਦੇਣਾ ਸਾਨੂੰ ਵੀ, ਤੇ ਤੁਸੀਂ ਚੱਲੋ ਸਾਡੇ ਨਾਲ। ਤੇ ਮੈਨੂੰ ਕਿਉਂਕਿ ਇੱਧਰੋਂ ਮੈਂ ਵਿਹਲਾ ਸੀ, ਪੁੱਛਦੇ ਮੈਂ ਉਹਨਾਂ ਨਾਲ ਗੱਡੀ, ਮੇਰੇ ਕੋਲ ਗੱਡੀ ਵੀ ਕੋਈ ਨਹੀਂ ਸੀ, ਮੈਂ ਤਾਂ ਗਨਮੈਨ ਨਾਲ ਬਹਿ ਕੇ ਆਇਆ, ਮੈਂ ਉਹਨਾਂ ਨਾਲ ਬਹਿ ਕੇ ਚਲਾ ਗਿਆ। ਮੁੜ ਕੇ ਜਦੋਂ ਗੁਗੜੀ ਨੇ ਦੱਸਿਆ ਤੇ ਮਾਨ ਮੈਨੂੰ ਸਾਰੀ ਰਾਤ ਲੱਭਦਾ ਰਿਹਾ ਵੀ ਕਿੱਥੇ ਕੈਪਟਨ ਸਿੱਧੂ, ਬੁਲਾਓ ਕੈਪਟਨ ਸਿੱਧੂ। ਜਦੋਂ ਮੈਂ ਸਵੇਰੇ ਗਿਆ ਕਹਿੰਦਾ ਤੂੰ ਰਾਤ ਕਿੱਥੇ ਸੀ, ਤੂੰ ਪ੍ਰਾਈਮ ਮਿਨਿਸਟਰ ਹਾਊਸ ਸੁੱਤਾ। ਮੈਂ ਕਿਹਾ ਮੈਂ ਪ੍ਰਾਈਮ ਮਿਨਿਸਟਰ ਹਾਊਸ ਸੁੱਤਾ। ਤੋ ਫਿਰ ਉਹਨੂੰ ਮੈਂ ਦੱਸਿਆ ਵੀ ਆਹ ਕਹਾਣੀ ਹੈ ਤੇ ਤੂੰ ਉੱਥੇ ਅੰਦਰ ਜਾ ਕੇ ਕਹੇ ਵੀ ਸਾਰੀ ਦੁਨੀਆ ਮੇਰੇ ਨਾਲ ਹੈ, ਫਲਾਣਾ, ਤੇਰੇ ਨਾਲ ਕੋਈ ਨਹੀਂ ਹੋਏਗਾ, ਉਹ ਸਭ ਸੈਪਰੇਟ ਤੇਰੇ ਖਿਲਾਫ ਨੇ। ਤੋ ਫਿਰ ਇਹਨੂੰ ਥੋੜੀ ਜੀ ਇੱਕਦਮ ਝਟਕਾ ਬਚਿਆ ਥੋੜਾ ਜਿਹਾ ਵੀ ਇਹ ਕੀ ਹੋ ਕੀ ਰਿਹਾ ਹੈ। ਗਵਰਨਮੈਂਟ ਹਮੇਸ਼ਾ 2-2 3-3 ਚੈਨਲ ਖੋਲ ਕੇ ਰੱਖਦੀ ਹੈ, ਗਵਰਨਮੈਂਟ ਕੋਈ ਇੱਕ ਚੈਨਲ ਤੇ ਥੋੜੀਆਂ ਗਵਰਨਮੈਂਟਾਂ ਚੱਲਦੀਆਂ। ਬਿਲਕੁਲ ਜੀ। ਤੋ ਅਸੀਂ ਜਿਹੜਾ ਮਾਨ ਸਾਹਿਬ ਨੇ ਕਿਰਪਾਨ ਦਾ ਇਸ਼ੂ ਲੈ ਕੇ ਪਾਰਲੀਮੈਂਟ 'ਚ ਨਹੀਂ ਗਏ, ਉਹਨੂੰ ਤੁਸੀਂ ਗਲਤੀ ਸਮਝਦੇ ਹੋ ਜਾਂ ਕੋਈ ਮਾਨ ਦੀ ਮਜਬੂਰੀ ਹੋ ਗਈ ਸੀ? ਐਕਚੁਅਲੀ ਸੱਚੀ ਦੱਸਾਂ ਇਹ ਮਾਨ ਦਾ ਇਸ਼ੂ ਨਹੀਂ ਸੀ। ਅੱਛਾ ਜੀ। ਇਹ ਇਸ਼ੂ ਸੀਗਾ, ਇਹ ਬਣਾਇਆ ਵਿਮਲ ਕੌਰ ਖਾਲਸਾ ਨੇ ਤੇ ਮੰਡ ਨੇ, ਧਿਆਨ ਸਿੰਘ ਮੰਡ ਨੇ ਵੀ ਅਸੀਂ ਤਾਂ ਕਿਰਪਾਨ ਤੋਂ ਬਿਨਾਂ ਅੰਦਰ ਨਹੀਂ ਜਾਣਾ, ਜਾਵਾਂਗੇ ਤੇ ਕਿਰਪਾਨ ਲੈ ਕੇ ਜਾਵਾਂਗੇ। ਐਕਚੁਅਲੀ ਤਾਂ ਇੰਟੈਲੀਜੈਂਸ ਏਜੰਸੀਆਂ ਨੇ ਇਹਨਾਂ ਸਾਰਿਆਂ ਨੂੰ ਚੁੱਕਿਆ ਵੀ ਜੇ ਕੰਜਰ ਅੰਦਰ ਗਏ ਦਾ 9 ਦੇ 9 ਅੰਦਰ ਗਏ ਔਰ ਇਹਨਾਂ ਨੇ ਜਾ ਕੇ ਉੱਥੇ ਰੌਲਾ ਪਾਇਆ, ਇਹਨਾਂ ਨੇ ਬਲੂ ਸਟਾਰ ਦਾ ਹਿਸਾਬ ਕਿਤਾਬ ਮੰਗਿਆ, ਇਹਨਾਂ ਨੇ 84 ਰੋਇਟਸ ਦੇ ਕਤਲੇਆਮ ਦਾ ਹਿਸਾਬ ਕਿਤਾਬ ਮੰਗਿਆ, ਤੇ ਸਾਰੀ ਦੁਨੀਆ 'ਚ ਸਾਡਾ ਜਲੂਸ ਨਿਕਲ ਜੂਗਾ। ਇਹਨਾਂ ਨੂੰ ਕੋਈ ਐਸਾ ਤਰੀਕਾ ਚਲਾਓ ਕਿ ਅੰਦਰ ਹੀ ਨਾ ਵੜਨੇ, ਔਰ ਇਹ ਟ੍ਰੈਪ 'ਚ ਆ ਗਏ ਉਹਨਾਂ ਦੇ 'ਚ। ਮੈਨੂੰ ਮਾਨ ਨੇ ਇੱਥੋਂ ਤੱਕ ਕਿਹਾ, ਅੱਛਾ ਕਹਿੰਦਾ ਤੂੰ ਉਹਨਾਂ ਨੂੰ ਕਹੋ ਵੀ ਉਹ ਸਹੁੰ ਚੁੱਕਣ, ਮੈਂ ਕਮਰ ਅੜ ਜਾਊਂਗਾ ਕਿਰਪਾਨ ਦੇ ਮੁੱਦੇ ਤੇ, ਚਲੋ ਮੈਂ ਇਕੱਲਾ ਸੈਕਰੀਫਾਈ ਕਰ ਦਿਆਂਗਾ, ਉਹਨਾਂ ਨੂੰ ਕਹੋ ਉਹ ਸਹੁੰ ਚੁੱਕਣ। ਪਰ ਉਹ ਕਿੱਥੇ, ਉਹ ਕਹਿੰਦਾ ਨਾ ਜੀ ਅਸੀਂ ਤਾਂ ਕਿਰਪਾਨ ਤੋਂ ਬਿਨਾਂ ਜਾਣਾ ਹੀ ਨਹੀਂ ਜੀ, ਅਸੀਂ ਤਾਂ ਜਾਣਾ ਹੀ ਨਹੀਂ। ਉਹ ਖੁੜੀਆਂ ਨੂੰ ਵਿਚਾਰੇ ਨੇ ਉਹਨਾਂ ਨੇ ਜਿਹੜੇ ਬਾਕੀ 2-3 ਨੂੰ ਮੈਂ ਸਹੁੰ ਚੁਕਾਤੀ, ਉਹਨਾਂ ਨੂੰ ਕਿਹਾ ਜਾ ਕੇ ਚੁੱਕੋ, ਚੁੱਕ ਗਏ। ਇਹ ਨਹੀਂ ਇਹਨਾਂ ਨੇ ਸਹੁੰ ਚੁੱਕੀ ਨਾ, ਇਹ ਫਿਰ ਉਹਦੇ 'ਚ ਮਾਨ ਵੀ ਵਿੱਚ ਹੀ ਫਸ ਗਿਆ। ਹਾਲਾਂਕਿ ਮਾਨ ਦਾ ਬਿਲਕੁਲ ਆਪਣਾ ਏਜੰਡਾ ਨਹੀਂ ਸੀਗਾ ਉਦੋਂ, ਮਾਨ ਨੂੰ ਫਸਾਇਆ ਗਿਆ ਤੇ ਮਾਨ ਫਸ ਗਿਆ ਤੇ ਫਿਰ ਫਸ ਗਿਆ, ਫਸ ਗਿਆ। ਜਿਵੇਂ ਤੁਸੀਂ ਦੱਸਿਆ ਸਾਡੇ ਲੀਡਰ ਪੋਲਿਟਿਕਸ ਦੇ ਵਿੱਚ ਸਾਨੂੰ ਹੁਣ ਇਹ ਮਹਿਸੂਸ ਹੁੰਦਾ ਵੀ ਫੇਲ ਨੇ ਜਿੰਨੇ ਵੀ ਲੀਡਰ ਸੀਗੇ। ਜਿਵੇਂ ਤੁਸੀਂ ਸੰਤ ਜਰਨੈਲ ਸਿੰਘ ਉਹਨਾਂ ਦੀ ਵੀ ਗੱਲ ਦੱਸੀ ਕਿ ਉਹ ਬਹੁਤ ਸ਼ਾਰਪ ਸੀ, ਪਰ ਪੋਲੀਟੀਕਲ ਬੰਦਿਆਂ ਦੇ ਹੱਥੋਂ ਉਹ ਵੀ ਧੋਖਾ ਹੀ ਖਾ ਗਏ, ਮਤਲਬ ਟਰੈਪ ਹੋ ਗਏ। ਜਿਵੇਂ ਤੁਸੀਂ ਦੱਸਿਆ ਕਿ ਟਰੈਪ ਹੋ ਰਹੇ ਸੀਗੇ, ਉਹਨਾਂ ਲੋਕਾਂ ਦੇ ਵਿੱਚ ਸੀਗੇ। ਸੰਤ ਲੌਂਗੋਵਾਲ ਸੀ, ਉਹ ਵੀ ਕਤਲ ਹੋਏ ਇਸ ਮਾਮਲੇ ਦੇ ਵਿੱਚ। ਹੁਣ ਜਿੱਥੇ ਕਿ ਅਸੀਂ ਅੱਜ ਖੜੇ ਹਾਂ ਜੀ, ਅੱਜ ਦੀ ਡੇਟ ਦੇ ਵਿੱਚ, ਹੁਣ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਤੁਹਾਡੇ ਤੇ ਉਹ ਦੋਸ਼ ਲਾਇਆ ਕਿ ਤੁਹਾਡੇ ਘਰ ਬੈਠ ਕੇ ਇਹ ਰਿਪੋਰਟ ਬਣੀ ਆ, ਕਿੰਨੀ ਕੁ ਸੱਚਾਈ ਸੀ ਜੀ ਉਹ 'ਚ? ਮੈਨੂੰ ਟੈਲੀਫੋਨ ਖੜਕਣੇ ਸ਼ੁਰੂ ਹੋ ਗਏ, ਕੈਪਟਨ ਸਿੱਧੂ ਟੀਵੀ ਦੇਖ, ਪੀਟੀਸੀ ਦੇਖ। ਮੈਂ ਕਿਹਾ ਕੀ ਹੋ ਗਿਆ? ਪੀਟੀਸੀ ਦੇਖ, ਮੈਂ ਪੀਟੀਸੀ ਲਗਾਇਆ, ਉਹ ਬੜੇ ਕਰੋੜ ਕੇ ਕਹਿੰਦਾ ਇਹ ਸਾਜ਼ਿਸ਼ ਸਭ ਤੋਂ ਵੱਡੀ ਸਾਜ਼ਿਸ਼ ਕੈਪਟਨ ਚੰਨਨ ਸਿੰਘ ਸਿੱਧੂ ਰੈਡੀਕਲ ਉਹਦੇ ਫਾਰਮ ਹਾਊਸ ਤੇ ਹੋਈ, ਉੱਥੇ ਖਹਿਰਾ ਸਵੇਰੇ 6 ਵਜੇ। ਮੈਂ ਖੁਦ ਹੈਰਾਨ ਪਰੇਸ਼ਾਨ ਵੀ ਨਾ ਮੈਂ ਕਦੀ ਜ਼ਿੰਦਗੀ 'ਚ ਖਹਿਰੇ ਨੂੰ ਮਿਲਿਆ, ਆਈ ਨੈਵਰ ਮੈਟ ਹਿਮ ਬਿਫੋਰ। ਉਹਨੂੰ ਮੈਂ ਬਾਅਦ 'ਚ ਮਿਲਿਆ, ਉਹ ਬੜਗਾੜੀ ਉਹਨੂੰ ਮੰਡ ਦੇ ਕੋਲੇ। ਉਸ ਤੋਂ ਪਹਿਲਾਂ ਮੈਂ ਖਹਿਰੇ ਨੂੰ ਕਦੀ ਨਹੀਂ ਸੀ ਮਿਲਿਆ। ਇਹਦੇ ਫਾਦਰ ਨਾਲ ਤਾਂ ਸੀਗਾ 85 ਜੀ, ਪਰ ਖਹਿਰੇ ਨੂੰ ਮੈਂ ਕਦੀ ਨਹੀਂ ਸੀ ਮਿਲਿਆ। ਤੇ ਜਸਟਿਸ ਰਣਜੀਤ ਸਿੰਘ ਨੂੰ ਮੈਂ ਕੀ ਮਿਲਣਾ ਸੀਗਾ? ਮੈਂ ਇੱਕੋ ਹੀ ਗੱਲ ਤਾਂ ਮੈਂ ਕਿਹਾ ਵੀ ਦੇਖੋ ਮੈਂ ਇੱਕ ਆਰਮੀ ਅਫਸਰ ਰਿਟਾਇਰਡ ਹਾਂ, ਇੰਟਰਮੀਡੀਏਟ ਮੇਰੀ ਕੁਆਲੀਫਿਕੇਸ਼ਨ, ਮੈਂ ਕੋਈ ਲਾ ਗ੍ਰੈਜੂਏਟ ਤਾਂ ਹੈ ਨਹੀਂ, ਜਾਂ ਮੈਂ ਲਿਮਨਰੀ ਹਾਂ ਸੁਪਰੀਮ ਕੋਰਟ ਦਾ
ਕਿ ਇੱਕ ਜੱਜ ਹਾਈ ਕੋਰਟ ਦਾ ਮੇਰੇ ਘਰ ਆਊਗਾ ਔਰ ਮੇਰੇ ਉਹ ਇਨਫਲੂਐਂਸ ਦੇ ਥੱਲੇ ਮੈਨੂੰ ਰਿਪੋਰਟ ਚੈੱਕ ਕਰਾਊਗਾ ਔਰ ਮੇਰੇ ਤੋਂ ਵੈਟ ਕਰਵਾਊਗਾ ਬਣਾਊਗਾ। ਇਹ ਇਹਨਾਂ ਨੇ ਪਤਾ ਹੀ ਨਹੀਂ ਕਿੱਥੋਂ ਇਹ ਕਹਾਣੀ ਘੜ ਕੇ ਇੱਕ ਮੇਰੇ ਫਾਰਮ ਹਾਊਸ ਦੀ ਨਾ ਬੈਕ ਸਾਈਡ ਤੋਂ ਉਹਨਾਂ ਨੇ ਫੋਟੋ ਖਿੱਚੀ। ਵਿਕਰਮ ਮਜੀਠੀਆ ਮੇਰੇ ਬੇਟੇ ਦਾ ਦੋਸਤ ਹੈ। ਅੱਛਾ ਜੀ। ਇਹ ਇਕੱਠੇ ਕਾਰ ਰੈਲੀਆਂ 10 ਸਾਲ ਕਰਦੇ ਰਹੇ। ਇਹ ਵੀ ਕਾਰ ਰੈਲੀ ਹੈ, ਬੇਟਾ ਵੀ ਨੈਸ਼ਨਲ ਲੈਵਲ ਦਾ ਕਾਰ ਰੈਲੀ ਹੈ। ਓਕੇ। So they were together and Vikram Mejia had come to on marriage of my son also। और विक्रम मजीठिया इनविटेशन आपकी मैरिज का भी घर आके दे के गया सी एंड दे ऑल फैमिली वेंट देयर। मतलब मुड़ के भी मिलना जुलना बड़े पਰਿਵਾਰਿਕ तौर ਤੇ ਮਿਲਦੇ ਆ। ਈਵਨ ਹੁਣ ਵੀ ਮੈਨੂੰ ਮਿਲਿਆ ਇੱਥੇ ਆਉਣ ਤੋਂ 10 ਦਿਨ ਪਹਿਲਾਂ ਤੇ ਪੈਰੀ ਹੱਥ ਲਾ ਕੇ ਮਿਲਿਆ ਇਨ ਸਪਾਈਟ ਆਫ ਆਲ ਥੀਸ ਥਿੰਗਸ। ਠੀਕ ਹੈ। ਤੋ ਉਹ ਫੋਟੋ ਖਿੱਚ ਕੇ ਇੱਕ ਪਾਸੇ ਮੇਰੀ ਫੋਟੋ ਲਾ ਲਈ, ਇੱਕ ਪਾਸੇ ਜੱਜ ਦੀ, ਇੱਕ ਪਾਸੇ ਖਹਿਰੇ ਦੀ, ਇੱਕ ਪਾਸੇ ਉਹਦੇ ਪੀਐਸਓ ਲਾ ਕੇ ਆਹ ਦੇਖੋ ਸਾਜ਼ਿਸ਼। ਇਹ ਫੋਟੋ ਖਿੱਚ ਕੇ ਤਾਂ ਕੋਈ ਵੀ ਫੋਟੋਆਂ ਲਾ ਸਕਦਾ ਫੇਸਬੁੱਕ ਤੋਂ ਲੈ ਕੇ। ਤੋ ਫਿਰ ਉਹ ਮੈਂ ਉਹਦੇ ਤੇ ਆਈ ਰਿਐਕਟਡ ਵੈਰੀ ਬੈਡਲੀ। ਆਈ ਗॉट ਮੈਂ ਕਿ ਮੈਨੂੰ ਐਵੇਂ ਬਦਨਾਮ ਕਰ ਰਹੇ। ਉਹ ਫਿਰ ਰਿਐਕਸ਼ਨ ਤਾਂ ਸਾਰੀ ਦੁਨੀਆ ਨੇ ਮੇਰਾ ਸੁਣਿਆ ਹੀ ਹੈ, ਲੇਕਿਨ ਉਹਦੇ 'ਚ ਕੋਈ ਸੱਚਾਈ ਨਹੀਂ ਸੀ। ਇਟ ਵਾਜ਼ ਏ ਟੋਟਲ ਫਰਾਡ। ਉਹ ਦੇ ਵਾਂਟਡ ਟੂ ਡਿਵਰਟ ਅਟੈਂਸ਼ਨ। ਉਹ ਫਸ ਗਏ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਮੈਂ ਇੰਨੀ ਬੈਡਲੀ ਇਹਨੂੰ ਰਿਐਕਟ ਕਰੂੰਗਾ, ਵਿਚ ਆਈ ਰਿਐਕਟਡ। ਅੱਛਾ, ਜਿਹੜਾ ਬਰਗਾੜੀ ਮੋਰਚਾ ਲੱਗਿਆ, ਸੰਗਤਾਂ ਦਾ ਭਰਪੂਰ ਸਹਿਯੋਗ ਮਿਲਿਆ, ਸਾਡੇ ਬਾਹਰਲੇ ਬੈਠੇ ਲੋਕਾਂ ਨੇ ਵੀ ਧੜਾ ਪੈਸੇ ਭੇਜੇ। ਇੱਥੇ ਸਾਡੇ ਕੋਲ ਆ ਕੇ ਕਈ ਜਥੇਬੰਦੀਆਂ ਨੇ ਇੰਟਰਵਿਊ ਕੀਤੀਆਂ ਜੀ, ਮੋਰਚਾ ਲੱਗ ਗਿਆ, ਹੁਣ ਤਾਂ ਕਰੋ ਜਾਂ ਮਰੋ ਵਾਲੀ ਰਾਜਨੀਤੀ ਆ, ਤੇ ਮੋਰਚਾ ਠੁੱਸ ਹੋ ਗਿਆ। ਮੋਰਚੇ ਦੇ ਵਿੱਚੋਂ ਕੁਛ ਨਹੀਂ ਨਿਕਲਿਆ। ਅਸੀਂ ਅੱਗੇ ਕਹਿੰਦੇ ਆ ਕਿ ਸੰਤ ਲੌਂਗੋਵਾਲ ਨੇ ਘੱਟੋ ਘੱਟ ਪ੍ਰਧਾਨ ਮੰਤਰੀ ਤੋਂ ਸਾਈਨ ਤਾਂ ਕਰਾ ਲਏ ਸੀ ਪੰਜਾਬ ਸਮਝੌਤੇ ਤੇ ਵੀ ਆਹ ਚੀਜ਼ਾਂ ਦੇਵਾਂਗੇ, ਭਾਵੇਂ ਨਹੀਂ ਦਿੱਤੀਆਂ, ਪਰ ਇਹਨਾਂ ਤੋਂ ਤਾਂ ਕੁਛ ਕਿਸੇ ਦੇ ਸਾਈਨ ਬਣਾ ਹੋਏ ਜੀ। ਕੋਈ ਬੰਦਾ ਜੇਲ੍ਹ ਚੋਂ ਨਹੀਂ ਛੁੱਟਿਆ। ਇਹ ਸਾਰੀ ਕਹਾਣੀ ਹੈ ਜਿਹੜੀ ਅਸੀਂ ਫੌਜਾਂ ਜਿੱਤ ਕੇ ਅੰਤ ਨੂੰ ਹਾਰਦੀਆਂ ਸਾਡੀਆਂ। ਜੇ ਅਸੀਂ ਬਾਦਲ ਨੂੰ ਹਮੇਸ਼ਾ ਕਹਿੰਦੇ ਆ ਕਿ ਉਹਨੇ ਸ਼ੈਤਾਨੀ ਖੇਡੀ ਆ, ਪਰ ਮੈਨੂੰ ਲੱਗਦਾ ਕਿ ਸਿਆਣਾ ਬੰਦਾ ਉਹੀ ਆ, ਤਾਂ ਹੀ ਉਹ ਸ਼ੈਤਾਨੀ ਖੇਡਦਾ। ਬਾਕੀ ਤਾਂ ਸਾਰੇ ਮਤਲਬ ਮਿੱਟੀ ਦੇ ਮਾਧੋ ਨੇ ਜੀ। ਇੰਨੀ ਵੱਡੀ ਸਪੋਰਟ ਹੁੰਦੇ ਹੋਏ ਮੋਰਚੇ ਨੂੰ ਛੱਡ ਕੇ ਭੱਜ ਜਾਣਾ, ਕੀ ਗੱਲ ਹੋ ਗਈ ਸੀਗੀ ਜੀ? ਐਕਚੁਅਲੀ ਮੋਰਚਾ ਜਿਹੜਾ ਸੀ ਜੀ ਉਹ ਕਿਸੇ ਦਾ ਕੋਈ ਪਰਸਨਲ ਮੋਰਚਾ ਨਹੀਂ ਸੀ। ਮੋਰਚਾ ਸੀ ਗੁਰੂ ਗ੍ਰੰਥ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੋਰਚਾ ਸੀ ਜੀ। ਔਰ ਸਿੱਖਾਂ ਦੇ ਜਿਹੜੇ ਹਿਰਦੇ ਸੀ ਨਾ, ਉਹ ਵਲੂੰਦਰੇ ਪਏ ਸੀ ਜੀ ਕਿ ਕਿਸ ਤਰ੍ਹਾਂ ਸਾਡੇ ਗੁਰੂ ਦੇ ਪੱਤਰੇ ਜਿਹੜੇ ਗੜੀਆਂ ਤੇ ਰੋੜੀਆਂ ਤੇ ਉੱਤੇ ਰੋਲੇ ਗਏ ਜੀ, ਔਰ ਕਿਸ ਤਰ੍ਹਾਂ ਜਵਾਹਰ ਸਿੰਘ ਵਾਲਾ 'ਚ ਇਸ਼ਤਿਹਾਰ ਲੱਗੇ ਕਿ ਤੁਹਾਡਾ ਗੁਰੂ ਸਾਡੇ ਕੋਲ, ਜੇ ਤੁਹਾਡੇ 'ਚ ਹਿੰਮਤ ਹੈ ਤੇ ਲੈ ਲਓ। ਸਰਕਾਰ ਵੀ ਪੰਥ ਦੀ, ਅਕਾਲੀ ਦਲ ਦੀ ਸਰਕਾਰ ਤੇ ਸ਼੍ਰੋਮਣੀ ਕਮੇਟੀ ਵੀ ਇਹਨਾਂ ਕੋਲੇ, ਤੇ ਅਕਾਲ ਤਖਤ ਸਾਰੇ ਜਥੇਦਾਰ ਵੀ ਇਹਨਾਂ ਦੇ। ਔਰ ਸਾਨੂੰ ਇਹ ਪਤਾ ਹੈ ਵੀ ਇਹ ਕੀਤਾ ਕਿੰਨੇ ਹੈ। ਅਸੀਂ ਉਹਨਾਂ ਨੂੰ ਫਿਰ ਵੀ ਨਹੀਂ ਫੜਦੇ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਕਾਤਲਾਂ ਨੂੰ ਨਹੀਂ ਫੜਦੇ ਜੀ, ਲੇਕਿਨ ਜਿਹੜੇ ਸਾਡੇ ਨੌਜਵਾਨ ਜਾਂ ਜਿਹੜੇ ਸਾਡੀ ਸੰਗਤ ਉੱਥੇ ਉਹ ਪ੍ਰੋਟੈਸਟ ਕਰਨ, ਗੁਰੂ ਗ੍ਰੰਥ ਸਾਹਿਬ ਵਾਸਤੇ ਨੈਚੁਰਲੀ ਸਾਰੀ ਸਿੱਖ ਸੰਗਤ ਪ੍ਰੋਟੈਸਟ ਕਰਨ ਵਾਸਤੇ ਆਏਗੀ। ਬਿਲਕੁਲ। ਉਹ ਜਿਹੜੇ ਨਿਹੱਥੇ ਜਿਹੜੇ ਸਾਈਡ ਲਿੰਕ ਰੋਡ ਤੇ ਬੈਠੇ ਸੀ, ਮੇਨ ਰੋਡ ਵੀ ਉਹਨਾਂ ਨੇ ਬਲੌਕ ਨਹੀਂ ਕੀਤੀ ਜੀ ਜੀ, ਉਹਨਾਂ ਤੇ ਆ ਕੇ ਸਵੇਰੇ ਤੁਸੀਂ ਅੰਧਾ ਧੁੰਦ ਗੋਲੀਆਂ ਚਲਾਓ। ਤੁਸੀਂ ਜੇ ਦੇਖੀ ਉਹ ਵੀਡੀਓ ਤੇ ਐਂ ਜਿਵੇਂ ਚਾਈਨਾ ਬਾਰਡਰ ਤੇ ਫਾਇਰਿੰਗ ਹੁੰਦੀ ਹੈ, ਇੰਨੀ ਫਾਇਰਿੰਗ ਉਹ ਹੋਇਆ। ਕਿਤੇ ਇੱਕ ਗੋਲੀ ਤੁਸੀਂ ਹਵਾ 'ਚ ਮਾਰੀ, ਪਹਿਲਾਂ ਹਵਾ 'ਚ 4 ਮਾਰੋ, ਫਿਰ ਇੱਕ ਅੱਧੀ ਮਾਰ ਦਿਓ ਲੱਤ 'ਚ, ਤੇ ਲੋਕੀ ਤਾਂ ਉਹਦੇ ਨਾਲ ਹੀ ਭੱਜ ਜਾਂਦੇ। ਤਾਂ ਜਿਸ ਤਰ੍ਹਾਂ ਉਹ ਗੋਲੀਆਂ ਚਲਾਈਆਂ ਗਈਆਂ, ਇਟ ਵਾਜ਼ ਏ ਜਲਿਆਂਵਾਲਾ ਬਾਗ ਟਾਈਪ ਸਿਚੁਏਸ਼ਨ। ਔਰ ਉਹ ਹੋਣ ਦੇ ਬਾਵਜੂਦ ਕਿਸੇ ਤੇ ਕੋਈ ਐਕਸ਼ਨ ਨਹੀਂ ਹੁੰਦਾ। ਜੋਰਾ ਸਿੰਘ ਕਮਿਸ਼ਨ ਬਿਠਾ ਦਿੱਤਾ ਜਾਂਦਾ। ਔਰ ਇਹ ਕਮਿਸ਼ਨ ਕਾਹਦਾ? ਤੁਹਾਡੇ ਸਾਹਮਣੇ ਗੋਲੀਆਂ ਵੱਜੀਆਂ, ਤੁਹਾਡੇ ਸਾਹਮਣੇ ਬੰਦੇ ਮਰੇ, ਉਹਨਾਂ ਦੇ ਪੋਸਟਮਾਰਟਮ ਹੋਏ ਨੇ, ਤੁਸੀਂ 302 ਦਾ ਪਰਚਾ ਦਿਓ। ਜਿਹੜੇ ਪੁਲਿਸ ਅਧਿਕਾਰੀਆਂ ਨੇ, ਜੇ ਤੁਸੀਂ ਆਰਡਰ ਨਹੀਂ ਦਿੱਤੇ, ਜੇ ਤੁਸੀਂ ਆਪ ਆਰਡਰ ਨਹੀਂ ਦਿੱਤੇ, ਜੇ ਉਹਨਾਂ ਨੇ ਆਪ ਉਧਰਾਓ ਕੇ ਗੋਲੀਆਂ ਚਲਾਈਆਂ, ਉਹਨਾਂ ਤੇ 302 ਦਾ ਮੁਕੱਦਮਾ ਚਲਾਓ ਤੇ ਸਿੱਖਾਂ ਨੂੰ ਇਨਸਾਫ ਦਿਓ। ਲੇਕਿਨ ਉਸ ਲਾਈਨ ਤੇ ਨਹੀਂ ਆਏ ਉਹ। ਉਹਨਾਂ ਨੇ ਆਪਦੇ 2-2.5 ਸਾਲ ਕਰਤੇ। ਜੋਰਾ ਸਿੰਘ ਦੀ ਕਮਿਸ਼ਨ ਦੀ ਰਿਪੋਰਟ ਬਾਰੇ ਮੈਂ ਨਹੀਂ ਗੱਲ ਕਰਦਾ, ਸਾਰੀ ਦੁਨੀਆ ਨੂੰ ਪਤਾ ਹੁੰਦਾ ਕੀ ਹੋਇਆ। ਬਿਲਕੁਲ। ਔਰ ਉਸ ਤੋਂ ਬਾਅਦ ਜਿਹੜੀ ਹੈ ਉਹ ਇਲੈਕਸ਼ਨ ਆ ਗਈ ਜੀ। ਇਲੈਕਸ਼ਨ ਤੋਂ ਬਾਅਦ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਤਖਤ ਸਾਹਿਬ ਨੇ ਮੂੰਹ ਕਰਕੇ ਬਿਲਕੁਲ, ਔਰ ਲੋਕਾਂ ਨੂੰ ਇਹ ਵਾਅਦਾ ਕੀਤਾ ਕਿ ਮੈਂ ਗੱਦੀ ਤੇ ਬਹਿੰਦਿਆਂ ਹੀ 1 ਮਹੀਨੇ 'ਚ ਨਸ਼ੇ ਖਤਮ ਕਰ ਦੂੰਗਾ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਕਾਤਲ ਨੇ ਉਹਨਾਂ ਨੂੰ ਫੜ ਕੇ ਅੰਦਰ ਦਊਂਗਾ,
ਔਰ ਉਹਨਾਂ ਨੂੰ ਤੁਹਾਨੂੰ ਮੈਂ ਸਜ਼ਾਵਾਂ ਦਊਂਗਾ, ਬੰਦਿਆਂ ਨੂੰ ਮੈਂ ਰਿਹਾ ਕਰੂੰਗਾ, ਔਰ ਹਰ ਉਹ ਵਾਅਦਾ ਕੀਤਾ ਜਿਹੜਾ ਸਿੱਖ ਕੌਮ ਚਾਹੁੰਦੀ ਸੀ ਕਿ ਕੀਤਾ ਜਾਏ। ਔਰ ਅਪਾਰਟ ਫਰਮ ਅਦਰ ਬਾਰੇ ਜੋ ਉਹਨੇ ਜੁਮਲੇ ਛੱਡੇ ਉਹਨਾਂ ਨਾਲ ਮੇਰਾ ਕੋਈ ਤਾਲੁਕਾਤ ਨਹੀਂ ਹੈ। ਮੈਂ ਸਿਰਫ ਇਹ ਸਿੱਖ ਸਿਆਸਤ ਤੇ ਆ ਰਿਹਾ। ਔਰ ਲੋਕਾਂ ਨੇ ਉਹਨੂੰ ਹੋਮ ਮਾ ਕੇ 77 ਸੀਟਾਂ ਜਿਤਾ ਦਿੱਤੀਆਂ ਤਾਂ ਕਿ ਸ਼ਾਇਦ ਹੋ ਸਕਦਾ ਹੈ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਬਦਲਾ ਲਏਗਾ। ਇਹਨਾਂ ਦਾ ਸਿੱਖੀ ਨਾਲ ਜੁੜਿਆ ਹੋਇਆ ਪਰਿਵਾਰ ਹੈ ਬਾਬੇ ਵਾਲੇ ਦਾ। ਤੇ ਇਹ ਆਇਆ ਤਾਂ ਇਹਨੇ ਵੀ ਬਾਦਲਾਂ ਵਾਲੀ ਨੀਤੀ ਅਪਣਾ ਲਈ। ਸਾਲ ਤੱਕ ਕੀਤਾ ਹੀ ਕੱਖ ਨਹੀਂ। ਸਾਲ ਬਾਅਦ ਇਹਨਾਂ ਨੇ ਇੱਕ ਕਮਿਸ਼ਨ ਬਿਠਾਤਾ। ਕਮਿਸ਼ਨ ਨੂੰ ਕੋਈ ਟਰਮਸ ਆਫ ਰੈਫਰੈਂਸ ਨਹੀਂ ਹੈਗੀਆਂ, ਕਮਿਸ਼ਨ ਦਾ ਕੋਈ ਟਾਈਮਿੰਗ ਨਹੀਂ ਹੈਗਾ, ਕੋਈ ਟਾਈਮ ਫਰੇਮ ਨਹੀਂ ਹੈਗਾ। ਚਲੋ ਕਮਿਸ਼ਨ ਨੇ ਔਖੇ ਸੌਖੇ ਹੋ ਕੇ ਰਿਪੋਰਟ ਦੇਤੀ। ਰਿਪੋਰਟ ਦੇਣ ਤੋਂ ਬਾਅਦ ਜੋ ਕਮਿਸ਼ਨ ਨੇ ਰਿਪੋਰਟ ਦਿੱਤੀ, ਤੁਸੀਂ FIR ਰਜਿਸਟਰ ਕਰੋ। FIR ਰਜਿਸਟਰ ਕਰਕੇ ਭਾਈ ਸਾਹਿਬ ਤੁਸੀਂ ਉਹਨਾਂ ਬੰਦਿਆਂ ਨੂੰ ਅੰਦਰ ਦਿਓ। ਤੇ ਫਿਰ ਜੇ ਤੁਸੀਂ ਸਿੱਟ ਬਣਾਉਣੀ ਹੈ ਤੇ ਫਿਰ ਕਮਿਸ਼ਨ ਕਿਉਂ ਬਣਾਇਆ? ਕਮਿਸ਼ਨ ਦੀ ਕੀ ਜ਼ਰੂਰਤ ਪੈ ਗਈ? ਫਿਰ ਕਮਿਸ਼ਨ ਦੀ ਰਿਪੋਰਟ ਹੁਣ ਸਿੱਟ ਇਨਵੈਸਟੀਗੇਟ ਕਰੇਗੀ। ਸਿੱਟ ਕੋਲੇ ਕੋਈ ਟਰਮਸ ਆਫ ਰੈਫਰੈਂਸ ਨਹੀਂ ਹੈ, ਸਿੱਟ ਕੋਲੇ ਕੋਈ ਟਾਈਮ ਫਰੇਮ ਨਹੀਂ ਹੈ। ਕਹਿੰਦਾ ਟਾਈਮ ਉਹਨਾਂ ਦਾ ਆਪਣਾ ਹੈ। ਮੇਬੀ ਦੇ ਟੇਕ 2 years, ਮੇਬੀ ਦੇ ਟੇਕ 3 years। ਉਹ 2 ਮਹੀਨਿਆਂ ਬਾਅਦ ਇੱਕ ਬੰਦਾ ਫੜ ਕੇ ਨਾ ਤੇ ਬੜੀਆਂ ਵੱਡੀਆਂ ਖਬਰਾਂ ਲਵਾ ਕੇ ਟੀਵੀ ਤੇ ਭਾਸ਼ਣ ਕਰ ਲੈਂਦੇ ਆ ਜੀ। ਤੇ 2-3 ਮਹੀਨੇ ਚੁੱਪ ਬੈਠੇ ਰਹਿੰਦੇ ਆ ਤੇ 2 ਮਹੀਨਿਆਂ ਬਾਅਦ ਫਿਰ ਮੁਨਤਾਰ ਬਰਾੜ ਨੂੰ ਨਾਮਜ਼ਦ ਕਰ ਦਿੱਤਾ। ਵਾਟ ਨੌਨਸੈਂਸ, ਨਾਮਜ਼ਦ ਕਰ ਦਿੱਤਾ। ਔਰ ਇਹ ਐਕਸ਼ਨ ਕੀ ਹੋਇਆ? ਤੇ ਅਮਰਿੰਦਰ ਸਿੰਘ ਵੀ ਬਾਦਲਾਂ ਦੇ ਨਾਲ ਹੀ ਮਿਲਿਆ। ਉਹ ਅੱਜ ਤੱਕ ਤਾਂ ਕੋਈ ਐਕਸ਼ਨ ਨਹੀਂ ਹੋਇਆ। ਤੇ ਜਿਵੇਂ ਮੋਰਚਾ ਲਾਇਆ ਗਿਆ, ਮੋਰਚਾ ਬਹੁਤ ਵਧੀਆ ਲੱਗਿਆ। ਔਰ ਮੋਰਚਾ ਇਸ ਕਰਕੇ ਕਾਮਯਾਬ ਹੋਇਆ ਕਿ ਲੋਕੀ ਗੁਰੂ ਗ੍ਰੰਥ ਸਾਹਿਬ ਦਾ ਬਦਲਾ ਚਾਹੁੰਦੇ ਸੀ ਔਰ ਬਾਦਲਾਂ ਨੂੰ ਉਹ ਜ਼ਿੰਮੇਵਾਰ ਮੰਨਦੇ ਸੀ ਔਰ ਬਾਦਲਾਂ ਤੋਂ ਇਨਸਾਫ ਪਬਲਿਕ ਲੈਣਾ ਚਾਹੁੰਦੀ ਸੀ। ਆਪ ਮੁਹਾਰੇ ਬਿਨਾਂ ਇਹਨਾਂ ਦੇ ਬੁਲਾਏ, ਆਪ ਮੁਹਾਰੇ ਲੱਖਾਂ ਦੀ ਗਿਣਤੀ 'ਚ ਸੰਗਤ ਉੱਤੇ ਇਕੱਠੀ ਹੋਣੀ ਸ਼ੁਰੂ ਹੋ ਗਈ। ਜੀ। ਉਹ ਜਦੋਂ ਇਕੱਠੀ ਹੋਣੀ ਸ਼ੁਰੂ ਹੋ ਗਈ ਤੇ ਬੜੇ ਲੋਕਾਂ ਨੇ ਪੜ੍ਹੇ ਲਿਖੇ ਵੀ ਗਏ, ਸਾਰੀ ਦੁਨੀਆ ਹੀ ਗਈ ਉੱਥੇ। ਕੋਈ ਬੰਦਾ ਰਿਹਾ ਨਹੀਂ ਜਿਹੜਾ ਆਪਦੀ ਹਾਜ਼ਰੀ ਨਹੀਂ ਲਵਾ ਕੇ ਆਇਆ। ਜੀ। ਮੇਰਾ ਸਪਾਈਨ ਦਾ ਆਪਰੇਸ਼ਨ ਹੋਇਆ ਸੀ ਤੇ ਮੈਂ ਔਖਾ ਸੌਖਾ ਹੋ ਕੇ 2 ਵਾਰਾਂ ਪਹਿਲਾਂ ਜਾ ਆਇਆ ਸੀ ਇੱਥੋਂ, ਕਿਉਂਕਿ ਬੱਸਾਂ ਸਾਡੀਆਂ ਭਰ ਕੇ ਗਈਆਂ ਸੀ ਚੰਡੀਗੜ੍ਹ ਤੋਂ, ਯੂਨਾਈਟਿਡ ਸਿੱਖ ਮੂਵਮੈਂਟ ਦੀਆਂ। ਤੇ ਉਹ ਫਿਰ ਮੈਂ ਇੱਕ ਵਾਰ ਨਾਲ ਜਾ ਆਇਆ ਤੇ ਦੂਜੀ ਵਾਰ ਮੈਨੂੰ ਗੁਰਦੀਪ ਬਠਿੰਡੇ ਦਾ ਟੈਲੀਫੋਨ ਹੋਇਆ ਡਾਕਟਰ ਭਗਵਾਨ ਸਿੰਘ ਨੂੰ ਤੇ ਮੈਨੂੰ ਵੀ ਤੁਸੀਂ ਮੋਰਚਾ ਜਿਹੜਾ ਹੈ ਇਹ ਕਿਤੇ ਗਲਤ ਰਾਹ ਨਾ ਪੈ ਜਾਵੇ, ਜਿਵੇਂ ਆਪਣੀਆਂ ਪਹਿਲਾਂ ਮੂਵਮੈਂਟਾਂ ਪਈਆਂ, ਵੀ ਡਾਕਟਰ ਸਾਹਿਬ ਨੂੰ ਤੁਸੀਂ ਇੱਥੇ ਛੱਡੋ। ਡਾਕਟਰ ਸਾਹਿਬ ਭਗਵਾਨ ਸਿੰਘ ਸੰਤਾਂ ਦੇ ਨਾਲ ਰਹੇ ਸੀ, ਐਡਵਾਈਜ਼ਰ ਸੀਗੇ। ਤੇ ਵੀ ਇਹਨਾਂ ਨੂੰ ਤੁਸੀਂ ਇੱਥੇ ਛੱਡ ਜਾਓ ਆ ਕੇ ਤੇ ਮੈਂ ਕਮਰਾ ਬੰਦੋਬਸਤ ਕਰ ਦਿੰਦਾ ਤੇ ਮਨ ਨਾਲ 24 ਘੰਟੇ ਰਹਿਣ। ਮੈਂ ਡਾਕਟਰ ਸਾਹਿਬ ਨੂੰ ਲੈ ਕੇ ਤੇ ਚਲਾ ਗਿਆ ਬਲਗਾੜੀ ਤੇ ਮਨ ਸਾਹਿਬ ਬੈਠੇ ਤੰਬੂ ਦੇ ਵਿੱਚ। ਉਹ ਤੰਬੂ ਦੇ ਵਿੱਚ ਅਸੀਂ ਕਿਹਾ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਤਾਂ ਉਹ ਕਹਿੰਦਾ ਫਿਰ ਇੱਥੇ ਤਾਂ ਨਹੀਂ ਹੋ ਸਕਦੀ, ਆਪਾਂ ਤੁਹਾਡੀ ਗੱਡੀ 'ਚ ਹੀ ਬਹਿ ਜਾਂਦੇ। ਅਸੀਂ ਗੱਡੀ 'ਚ ਬਹਿ ਗਏ, 40 ਮਿੰਟ ਸਾਡੇ ਨਾਲ ਗੱਲਬਾਤ ਹੋਈ। ਅਸੀਂ ਮਨ ਸਾਹਿਬ ਨੇ ਇੱਕੋ ਹੀ ਗੱਲ ਕਹੀ ਕਿ ਮਨ ਸਾਹਿਬ 89 ਦੇ ਵਿੱਚ ਸਿੱਖਾਂ ਨੂੰ ਕਦੀ ਵੀ ਕੌਮ ਨੇ ਕਦੀ ਕਸਰ ਨਹੀਂ ਛੱਡੀ, ਹਮੇਸ਼ਾ ਉਹ ਤੁਹਾਡੇ ਨਾਲ ਖੜੀ ਹੋਈ ਹੈ। 89 'ਚ ਤੁਹਾਨੂੰ ਉਹਨਾਂ ਨੇ ਸਾਰੀਆਂ ਸੀਟਾਂ ਜਿਤਾਤੀਆਂ ਜੀ। ਤੁਸੀਂ ਫੇਲ ਹੋ ਗਏ। ਫੇਲ ਹੁੰਦੇ ਧੱਕੇ ਖਾਂਦੇ ਖਾਂਦੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਤੁਸੀਂ ਸਰਬੱਤ ਖਾਲਸਾ ਬੁਲਾਇਆ, ਲੱਖਾਂ ਦੀ ਗਿਣਤੀ 'ਚ ਉੱਥੇ 10 ਕਿਲੋਮੀਟਰ ਦਾ ਇਕੱਠ ਹੋ ਗਿਆ। ਤੁਸੀਂ ਫਿਰ ਫੇਲ ਹੋ ਗਏ। ਹੁਣ ਤੁਸੀਂ ਫਿਰ ਮੋਰਚਾ ਲਾਇਆ ਔਰ ਜੇ ਤੁਸੀਂ ਹੁਣ ਫੇਲ ਹੋ ਗਏ ਨਾ ਤੇ ਫਿਰ ਤੁਹਾਨੂੰ ਲੋਕਾਂ ਨੇ ਮਾਰਨਾ ਬਹੁਤ ਹੈ ਕਿ ਤੁਸੀਂ ਕਿਸੇ ਕੀਮਤ ਤੇ ਹੁਣ ਫੇਲ ਨਹੀਂ ਹੋ ਸਕਦੇ। ਤੁਹਾਨੂੰ ਸਿੱਖਾਂ ਦੀਆਂ ਆਸਾਂ ਉਮੀਦਾਂ ਦੇ ਉੱਤੇ ਪੂਰਾ ਉਤਰਨਾ ਪਊਗਾ ਜੀ। ਤੇ ਇਸ ਕਰਕੇ ਮੰਡ ਸਾਹਿਬ ਕੋਈ ਕਮੇਟੀ ਬਣਾ ਲਿਓ ਪੜ੍ਹਿਆ ਲਿਖਿਆਂ ਦੀ, ਡਾਕਟਰ ਸਾਹਿਬ ਨੂੰ ਨਾਲ ਰੱਖੋ, 4-5 ਬੰਦੇ ਨਾਲ ਰੱਖੋ, ਕਰਿਓ ਆਪਦੀ ਮਰਜ਼ੀ, ਲੇਕਿਨ ਬਿਨਾਂ ਸਲਾਹ ਤੋਂ ਤੁਸੀਂ ਬਿਲਕੁਲ ਨਹੀਂ ਚੱਲਣਾ। ਇਹ ਸਾਡੀ ਤੁਹਾਨੂੰ ਬੇਨਤੀ ਹੈ। ਵਾਰ-ਵਾਰ ਕੌਮਾਂ ਕਦੀ ਖੜੀਆਂ ਨਹੀਂ ਹੁੰਦੀਆਂ। ਤੇ ਉਹ ਕਹਿੰਦਾ ਜੀ ਨਹੀਂ ਜੀ, ਮੈਨੂੰ ਕਿਸੇ ਪੜ੍ਹੇ ਲਿਖੇ ਦੀ ਜ਼ਰੂਰਤ ਨਹੀਂ ਹੈਗੀ, ਮੈਨੂੰ ਉੱਤੋਂ ਰੋਜ਼ ਹੁਕਮ ਆਉਂਦਾ ਔਰ ਮੈਨੂੰ ਖੁਦ ਆ ਕੇ ਮਿਲਦੇ ਨੇ ਤੇ ਜੋ ਮੈਨੂੰ ਉਹ ਗਾਈਡ ਕਰਦੇ ਨੇ ਮੈਂ ਕਰਦਾ। ਤੇ ਪੜ੍ਹੇ ਲਿਖੇ ਤਾਂ ਕਹਿੰਦਾ ਹੋਰ ਵੀ ਕੰਮ ਖਰਾਬ ਕਰਦੇ। ਪੜ੍ਹਿਆ ਲਿਖਿਆਂ ਦੀ ਕੀ ਜ਼ਰੂਰਤ ਹੈ? ਕਹਿੰਦਾ ਪੜ੍ਹਿਆ ਲਿਖਿਆਂ ਹੀ ਤਾਂ ਕੰਮ ਖਰਾਬ ਕੀਤੇ ਆਪਣੇ ਸਾਰੇ ਅੱਗੇ ਤੱਕ। ਤੋ ਮੈਨੂੰ ਜ਼ਰੂਰਤ ਨਹੀਂ ਕਹਿੰਦਾ, ਪਰ ਮੈਂ ਤੁਹਾਨੂੰ ਵਾਅਦਾ ਕਰਨਾ ਵੀ ਤੁਹਾਨੂੰ 13 ਦੀਆਂ 13 MP ਦੀਆਂ ਸੀਟਾਂ ਜਿੱਤ ਕੇ ਦਊਂ, 117 MLA ਦੀਆਂ ਜਿੱਤ ਕੇ ਦਊਂਗਾ, 170 ਸ਼੍ਰੋਮਣੀ ਕਮੇਟੀ ਦੀਆਂ ਜਿੱਤ ਕੇ ਦਿਆਂਗਾ। ਇਹ ਮੇਰਾ ਤੁਹਾਨੂੰ ਵਾਅਦਾ। ਲੇਕਿਨ ਪੜ੍ਹਿਆ ਲਿਖਿਆਂ ਦੀ ਮੈਨੂੰ ਕੋਈ ਜ਼ਰੂਰਤ ਨਹੀਂ, ਮੈਨੂੰ ਸਭ ਕੁਝ ਉੱਤੋਂ ਹੁਕਮ ਆਉਂਦਾ। ਤੋ ਮੈਂ ਡਾਕਟਰ ਸਾਹਿਬ ਨੂੰ ਕਿਹਾ ਡਾਕਟਰ ਸਾਹਿਬ ਫਿਰ ਇਹਨੂੰ ਤਾਂ ਕਹਿੰਦਾ ਹੁਣ ਹੋਰ ਵੀ ਸੁਣ ਲਓ, ਕਹਿੰਦਾ ਕਿਤੇ ਕੱਲ੍ਹ ਨੂੰ ਤੁਸੀਂ ਆ ਜਾਓ ਟਿਕਟਾਂ ਟੁਕਟਾਂ ਲੈਣ। ਕਹਿੰਦਾ ਮੈਂ ਟਿਕਟ ਪਾਰਲੀਮੈਂਟ ਦੀ ਉਹਨੂੰ ਦੇਣੀ ਜਿਹੜਾ ਮੈਨੂੰ ਜ਼ੁਬਾਨੀ 5 ਬਾਣੀਆਂ ਦਾ ਪਾਠ ਸੁਣਾਊਗਾ।
ਤੇ ਮੇਰੇ ਫਿਰ ਮੂੰਹ ਚੋਂ ਨਿਕਲ ਗਿਆ, ਮੈਂ ਆਪਾਂ ਉੱਥੇ ਜਾ ਕੇ ਪਾਰਲੀਮੈਂਟ 'ਚ ਖੰਡ ਪਾਠ ਰਖਾਣਾ, ਜਿਵੇਂ ਤੁਸੀਂ ਪਹਿਲਾਂ ਕਿਰਪਾਨ ਲੈ ਕੇ ਨਹੀਂ ਗਏ, ਹੁਣ ਤੁਸੀਂ ਫਿਰ ਉਹ ਕੰਮ ਕਰਨ ਲੱਗੇ ਜੇ। ਮੈਂ ਭਾਵ ਲਿਆ ਵੀ ਇਹ ਤਾਂ ਕੰਮ ਖਤਮ ਹੈ। ਮੈਂ ਡਾਕਟਰ ਸਾਹਿਬ ਚੁੱਕੋ ਟੈਚੀ ਵਾਪਸ ਚਲੀਏ ਆਪਾਂ। ਅਸੀਂ ਵਾਪਸ ਆ ਗਏ। ਫਿਰ ਜੋ ਹੋਇਆ ਹੁਣ ਲੋਕਾਂ ਦੇ ਸਾਹਮਣੇ ਹੀ ਹੈ। ਇਹਨਾਂ ਨੇ ਮੀਟਿੰਗਾਂ ਕੀਤੀਆਂ, ਇਹ ਭੱਜ ਕੇ ਸਰਕਾਰ ਨੂੰ ਮਿਲਦੇ ਸੀ, ਭੱਜ ਕੇ ਇੱਕ ਦੂਜੇ ਤੋਂ ਅੱਗੇ। ਔਰ ਨੈਗੋਸੀਏਸ਼ਨ ਦੇ ਵਿੱਚ ਕੌਣ ਸੀਗੇ? ਜਿਹੜੀਆਂ 2 ਆਖਰੀ ਮੀਟਿੰਗਾਂ ਹੋਈਆਂ ਉਹਨਾਂ ਦੇ ਮੈਂ 4 ਬੰਦਿਆਂ ਤੋਂ ਨਾਂ ਦੱਸ ਦਿੰਦਾ। ਮੋਹਕਮ ਸਿੰਘ ਤੇ ਮਨਾਵਾ ਸਾਹਿਬ ਤਾਂ ਸੈਪਰੇਟ ਹੀ ਮੰਤਰੀਆਂ ਨਾਲ ਇਨ ਟੱਚ ਸੀਗੇ। ਉਹ ਤਾਂ ਹਰ ਹਫ਼ਤੇ ਚੱਕਰ ਮਾਰਦੇ ਸੀ, ਕੰਮ ਧੰਦੇ ਕਰਾ ਜਾਂਦੇ ਸੀ, ਮਿਲ ਜਾਂਦੇ ਸੀ ਜਾਂ ਜੋ ਵੀ ਕਰਦੇ ਸੀ। ਜਿਹੜੀ ਉਸ ਤੋਂ ਪਹਿਲਾਂ ਮੀਟਿੰਗ ਹੋਈ ਉਹ ਹੋਈ ਸੰਤ ਜਿਹੜਾ ਆਪਣਾ ਜਲੰਧਰ ਵਾਲੇ ਸੇਵਾ ਸਿੰਘ ਦੇ ਡੇਰੇ ਤੇ ਹੋਈ। ਉਹਦੇ 'ਚ ਦਾਦੂਵਾਲ ਵੀ ਸੀਗਾ, ਉਹਦੇ ਗੁਰਦੀਪ ਬਠਿੰਡਾ ਵੀ ਸੀ, ਉਹਦੇ 'ਚ ਮਾਨ ਸੀ, ਉਹਦੇ 'ਚ ਬੇਦੀ ਬਾਬਾ ਨੂਰਪੁਰ ਵਾਲੇ ਸਰਬਜੋਤ ਸਿੰਘ ਬੇਦੀ ਵੀ ਸੀਗੇ। ਇਹ ਮੀਟਿੰਗ ਹੋਈ। ਉਸ ਮੀਟਿੰਗ 'ਚ ਕੀ ਹੋਇਆ ਮੈਨੂੰ ਨਹੀਂ ਪਤਾ। ਉਸ ਤੋਂ ਬਾਅਦ ਇਹਨਾਂ ਦੀਆਂ ਚੰਡੀਗੜ੍ਹ 'ਚ ਮੀਟਿੰਗਾਂ ਹੋਈਆਂ। ਉਹਦੇ 'ਚ ਸਿਮਰਨਜੀਤ ਮਾਨ ਔਰ ਉਹਦੇ 'ਚ ਗੁਰਦੀਪ ਸਿੰਘ ਬਠਿੰਡਾ, ਉਹਦੇ ਸਰਬਜੋਤ ਸਿੰਘ ਬੇਦੀ, ਉਹਦੇ 'ਚ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ। ਇਹ 4 ਬੰਦਿਆਂ ਦੀ ਇਹਨਾਂ ਦੀ ਮੀਟਿੰਗ ਹੋਈ ਔਰ ਇਹਨਾਂ ਨੇ ਮੋਰਚਾ ਚੁੱਕਣ ਦਾ ਜਿਹੜਾ ਸੀ ਉਹ ਮੀਟਿੰਗ ਦੇ ਵਿੱਚ ਫੈਸਲਾ ਕਰ ਲਿਆ ਜੀ। ਤੇ ਗੁਰਦੀਪ ਬਠਿੰਡੇ ਦਾ ਸਾਨੂੰ ਟੈਲੀਫੋਨ ਆਇਆ ਕਿ ਮੈਂ ਮੀਟਿੰਗ 'ਚ ਬੈਠਾ, ਮੈਂ ਘੰਟੇ ਬਾਅਦ ਇੱਥੋਂ ਆਉਣਾ ਔਰ ਤੁਸੀਂ ਸਾਰੇ ਡਾਕਟਰ ਸਾਹਿਬ ਦੇ ਮੁਹਾਲੀ ਪਹੁੰਚ ਜਾਓ, ਡਾਕਟਰ ਭਗਵਾਨ ਸਿੰਘ ਦੇ। ਆਪਾਂ ਉਸ ਤੋਂ ਬਾਅਦ ਸਲਾਹ ਮਸ਼ਵਰਾ ਕਰਨਾ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਮੀਟਿੰਗ 'ਚ ਕੀ ਹੋਇਆ। ਅਸੀਂ ਸਾਰੇ 12 ਕੁ ਵਜੇ ਉੱਥੇ ਡਾਕਟਰ ਸਾਹਿਬ ਦੇ ਚਲੇ ਗਏ ਤੇ ਇਹ ਆ ਗਿਆ ਗੁਰਦੀਪ ਸਿੰਘ, ਕਹਿੰਦਾ ਜੀ ਸਾਰਾ ਫੈਸਲਾ ਨਿਬੜ ਗਿਆ, ਚੜ੍ਹਦੀ ਕਲਾ ਹੋ ਗਈ ਪੰਥ ਦੀ। ਤੇ ਕਹਿੰਦਾ, ਮੈਂ ਕਿਹਾ ਕੀ ਹੋ ਗਿਆ? ਕਹਿੰਦੇ ਜੀ ਸੱਚੇ ਸੌਦੇ ਦੇ ਪ੍ਰੋਡਕਸ਼ਨ ਵਾਰੰਟ ਲੈ ਲੈਣੇ ਪੁਲਿਸ ਨੇ, ਉਹਨੂੰ ਫੜ ਕੇ ਲਿਆਉਣਾ, ਸਭ ਕੁਝ ਸਾਫ਼ ਹੋ ਜਾਣਾ। ਮੈਂ ਕਿਹਾ ਉਹ ਤਾਂ ਬਹੁਤ ਵਧੀਆ ਗੱਲ ਹੈ। ਕਹਿੰਦਾ ਜਿਹੜੇ ਸਾਡੇ ਬੰਦੇ ਛੱਡਨੇ ਸੀ ਉਹਨਾਂ ਦੇ ਰਿਲੀਜ਼ ਆਰਡਰ ਚੀਫ ਸੈਕਟਰੀ ਨੇ ਇਸ਼ੂ ਕਰ ਦਿੱਤੇ ਹੈ। ਅੱਛਾ। ਤੇ ਮੈਂ ਕਿਹਾ ਜੀ ਰਿਲੀਜ਼ ਆਰਡਰ ਇਸ਼ੂ ਹੋ ਗਏ ਤਾਂ ਬੰਦੇ ਤਾਂ ਬਈ ਸ਼ਾਮ ਨੂੰ ਛੱਡਣੇ ਪੈਣੇ, ਕਿਉਂਕਿ ਰਿਲੀਜ਼ ਆਰਡਰ ਹੋ ਜਾਏ ਇੱਕ ਦਿਨ ਜੇਲ੍ਹ 'ਚ ਬੰਦਾ ਨਹੀਂ ਰੱਖ ਸਕਦੇ। ਕਦੇ ਨਹੀਂ, ਉਹ ਤਾਂ ਟਾਈਮ ਨਾਲ ਜਾਣਗੇ ਆਣਗੇ। ਮੈਨੂੰ ਸ਼ੱਕ ਪੈ ਗਿਆ। ਮੈਂ ਕਿਹਾ ਗੁਰਦੀਪ ਸਿੰਘ ਤੁਸੀਂ ਕਿਤੇ ਚੱਕਰਾਂ 'ਚ ਤਾਂ ਨਹੀਂ ਪੈ ਗਏ? ਮੈਂ ਕਿਹਾ ਸਰਕਾਰਾਂ ਨਾ ਪੌੜੀ ਚੜ੍ਹਾ ਕੇ ਕੋਠੇ ਦੇ ਥੱਲਿਓਂ ਪੌੜੀ ਲਾ ਲੈਂਦੀਆਂ ਹੁੰਦੀਆਂ, ਤੇ ਤੁਸੀਂ ਜਦ ਤੱਕ ਤੁਹਾਡੀ ਕੋਈ ਡਿਮਾਂਡ ਨਹੀਂ ਮੰਨੀ ਜਾਂਦੀ, ਕਹਿੰਦਾ ਪਰਸੋਂ ਆ ਜਾਓ ਆਪਾਂ ਅਖੰਡ ਪਾਠ ਰਖਾਉਣਾ ਤੇ 2 ਦਿਨਾਂ ਬਾਅਦ ਭੋਗ ਪਾਉਣਾ ਤੇ ਮੋਰਚਾ ਆਪਾਂ ਚੁੱਕਣਾ। ਮੈਂ ਕਿਹਾ ਮੋਰਚਾ ਨਾ ਚੁੱਕਿਆ ਜੀ, ਤੁਸੀਂ ਪਹਿਲਾਂ ਜੋ ਕੁਝ ਲੈਂਦਾ ਉਹਨਾਂ ਨੂੰ ਕੋਈ ਇੱਥੇ ਟੇਬਲ ਤੇ ਰੱਖੋ ਸਾਡੇ ਤੇ ਲਿਆ ਕੇ। ਕਹਿੰਦਾ ਨਹੀਂ ਜੀ ਐਤਵਾਰ ਵੀ ਤਾਂ ਕਰਨਾ ਹੀ ਪੈਂਦਾ, ਐਤਵਾਰ ਤੇ ਦੁਨੀਆ ਚੱਲਦੀ। ਕਹਿੰਦਾ ਐਤਵਾਰ ਵੀ ਤਾਂ ਕਰਨਾ ਹੀ ਪੈਂਦਾ, ਉਹਨਾਂ ਸਾਨੂੰ ਪ੍ਰੋਮਿਸ ਕੀਤਾ। ਤੇ ਉਹ ਅਸੀਂ ਨਹੀਂ ਗਏ। ਫਿਰ ਉੱਥੇ ਇਹ ਗਏ, ਇਹਨਾਂ ਨੇ ਉੱਥੇ ਉਹ ਮੰਤਰੀ ਵੀ ਆਏ ਦੋਨੋਂ, ਉਹਨਾਂ ਨੇ ਸਾਰੀ ਸਟੇਜ ਬਣਾ ਕੇ ਆਪਦੀ ਵਾਹ ਜੈ ਜੈਕਾਰ ਕੀਤੀ ਉੱਥੇ, ਕਰਾ ਕੇ ਪਾਰ ਗਏ। ਅੱਜ ਤੱਕ ਨਾ ਕੋਈ ਬੰਦਾ ਛੱਡਿਆ ਗਿਆ, ਨਾ ਕਿ ਬਾਦਲ ਨੂੰ ਫੜਿਆ, ਨਾ ਕਿਸੇ ਸੋਖੇ ਨੂੰ ਫੜਿਆ, ਨਾ ਕੋਈ ਸੱਚੇ ਸਾਧ ਨੂੰ ਲਿਆਂਦਾ, ਨਾ ਕਿਸੇ ਨੂੰ ਹੋਰ ਲਿਆਂਦਾ। ਉਹ ਸਿੱਟ 3 ਮਹੀਨਿਆਂ ਬਾਅਦ ਜੋ ਡਰਾਮਾ ਕਰਦੀ ਕਰ ਰਹੀ ਉਹ ਨਾ ਕਿਸੇ ਨੇ ਫੜਿਆ ਹੀ ਜਾਣਾ ਜੀ। ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ। ਅਸੀਂ ਆਪਣੇ ਕੋਲ ਅੱਧਾ ਕੁ ਮਿੰਟ ਆ, ਹੁਣ ਤੁਸੀਂ ਇਹ ਦੱਸੋ, ਅਸੀਂ ਸਾਰੇ ਲੁੱਟੇ ਗਏ ਮਹਿਸੂਸ ਕਰ ਰਹੇ ਹਾਂ ਬਾਹਰਲੇ ਦੇਸ਼ਾਂ 'ਚ ਬੈਠੇ ਸਿੱਖ, ਹੁਣ ਕੀ ਕਰਨ? ਕਿਉਂਕਿ ਉਹ ਮੋਰਚੇ ਜਿਹੜੀਆਂ ਆਸਾਂ ਸੀ ਉਹ ਪੂਰੀਆਂ ਨਹੀਂ ਹੋਈਆਂ। ਹੁਣ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੀ? ਬਾਹਰ ਬੈਠੇ ਆਪਾਂ ਨੂੰ ਲਗਭਗ ਸਾਰੇ ਮੁਲਕਾਂ 'ਚ ਹੀ ਦੇਖਿਆ ਜਾ ਰਿਹਾ ਜੀ ਇਸ ਵੇਲੇ। ਮੈਂ ਤੁਹਾਨੂੰ ਦੱਸਾਂ ਜੀ, ਮੈਂ ਇੱਥੇ ਵੀ ਆ ਕੇ ਦੇਖਿਆ। ਮੇਰੀ ਪਰਸੋਂ ਨਾਰਥ ਅਮਰੀਕਾ 'ਚ ਵੀ ਇੰਟਰਵਿਊ ਹੋਈ ਹੈ ਜੀ। ਸਾਰੇ ਜਿੰਨੇ ਵੀ ਤੁਸੀਂ ਇੱਥੇ ਬੈਠੇ ਨਾ, ਤੁਹਾਡਾ ਮਨ ਸਭ ਕੁਝ ਉੱਥੇ ਹੀ ਟੰਗਿਆ ਪਿਆ ਹੈ ਆਪਦੇ ਪੰਜਾਬ 'ਚ। ਤੇ ਇੱਕੋ ਹੀ ਮੌਕਾ ਜੀ ਹੁਣ ਤੁਹਾਡੇ ਸੰਭਾਲਣ ਵਾਸਤੇ। ਔਰ ਮੈਂ ਤੁਹਾਨੂੰ ਲਲਕਾਰ ਕੇ ਕਹਿਣ ਲੱਗਿਆ ਜੱਜ ਸਾਰਿਆਂ ਨੂੰ ਕਿ ਪਾਰਲੀਮੈਂਟ ਇਲੈਕਸ਼ਨਾਂ ਆ ਗਈਆਂ। ਜੇ ਤੁਸੀਂ ਸਿੱਖੀ ਨੂੰ ਬਚਾਉਣਾ, ਜੇ ਤੁਸੀਂ ਪੰਜਾਬ ਨੂੰ ਬਚਾਉਣਾ, ਤੇ 2 ਸੀਟਾਂ ਨੇ, ਇੱਕ ਖਡੂਰ ਸਾਹਿਬ ਦੀ, ਇੱਕ ਅੰਮ੍ਰਿਤਸਰ ਸਾਹਿਬ ਦੀ। ਸਿੱਖੀ ਦੇ ਤੁਰੇ ਵਾਲੀਆਂ 2 ਸੀਟਾਂ, ਤੁਸੀਂ ਉੱਥੇ 10-10 ਹਜ਼ਾਰ ਬੰਦਾ 1 ਮਈ ਨੂੰ ਆ ਜਾਓ, 15 ਮਈ ਤੱਕ ਉੱਥੇ ਰਹਿ ਜਾਓ। 20,000 ਬੰਦਾ ਆਓ, 30,000 ਬੰਦਾ ਆਓ, ਸਾਨੂੰ ਤੁਹਾਡੇ ਤੋਂ 1 ਰੁਪਈਆ ਨਹੀਂ ਚਾਹੀਦਾ। ਤੁਹਾਨੂੰ ਅਸੀਂ ਰੋਟੀਆਂ ਅਸੀਂ ਖਵਾਵਾਂਗੇ ਉੱਥੇ। ਜੋ ਤੁਸੀਂ ਕਰਨਾ ਇੱਕ ਪਿੰਡ ਸੰਭੋ ਕਰਕੇ, ਅਗਰ ਤੁਸੀਂ 2 ਸੀਟਾਂ ਜਿੱਤ ਜਾਂਦੇ ਜੇ, ਇਹ ਤੁਹਾਡੇ ਵਾਸਤੇ ਚੈਲੰਜ ਹੈ, ਸਿੱਖ ਕੌਮ ਵਾਸਤੇ ਚੈਲੰਜ ਹੈ। ਜੇ ਇੱਥੇ ਤੁਸੀਂ ਟੱਪਦੇ ਜੇ ਦਿਨ ਰਾਤ ਲਲਕਾਰੇ ਮਾਰਦੇ, ਆਓ ਨਾ ਸਾਰੇ ਉੱਥੇ ਹੁਣ, ਆ ਜਾਓ ਸਾਰਾ ਛੱਡ ਕੇ 15 ਦਿਨ ਵਾਸਤੇ। ਕੀ ਫਰਕ ਪੈਂਦਾ? ਤੁਸੀਂ ਕਮੇਟੀਆਂ ਬਣਾਓ, ਇੱਥੇ ਆਪਦਾ ਹਿਸਾਬ ਕਿਤਾਬ ਲਾਓ, ਜਿਵੇਂ ਤੁਸੀਂ ਸੰਗਤ ਨੂੰ ਇੱਥੋਂ ਭੇਜਣਾ ਆ ਕੇ। ਮੈਂ ਤੁਹਾਨੂੰ ਯਕੀਨ ਦਿਵਾਉਣਾ, ਆਪਾਂ ਪੰਜਾਬ ਦਾ ਭਵਿੱਖ ਬਦਲੀ ਕਰ ਦਿਆਂਗੇ, ਸਿੱਖਾਂ ਦਾ ਭਵਿੱਖ ਬਦਲੀ ਕਰ ਦਿਆਂਗੇ। ਅਸੀਂ ਸ਼੍ਰੋਮਣੀ ਕਮੇਟੀ ਵੀ ਜੁੱਤੀਆਂ ਨਾਲ ਖੋ ਜਾਾਂਗੇ। ਤੁਸੀਂ 2 ਸੀਟਾਂ 'ਤੇ ਆ ਕੇ ਸਾਡੀ ਮਦਦ ਕਰੋ। ਕੀ ਬਾਤ ਹੈ।
ਕੈਪਟਨ ਸਾਹਿਬ ਆਪ ਜੀ ਆਏ, ਬਹੁਤ ਬਹੁਤ ਧੰਨਵਾਦ ਜੀ। ਤੁਹਾਡੇ ਨਾਲ ਘੰਟਿਆਂ ਬੱਧੀ ਗੱਲਾਂ ਹੋ ਸਕਦੀਆਂ ਨੇ, ਇੰਨਾ ਖਜ਼ਾਨਾ ਤੁਹਾਡੇ ਕੋਲੇ ਹੈਗਾ। ਫਿਰ ਵੀ ਜੇ ਕਦੇ ਸਬੱਬ ਬਣਿਆ ਜ਼ਰੂਰ, ਪ੍ਰਾਈਮ ਏਸ਼ੀਆ ਤੁਹਾਡਾ ਆਪਣਾ ਟੀਵੀ ਹੈ ਜੀ, ਜਲੰਧਰ ਜਾਂ ਕਿਸੇ ਵੀ ਸਟੂਡੀਓ ਜਾ ਕੇ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝ ਪਾ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਸਮੇਂ ਵਿੱਚ ਇੰਨਾ ਹੀ ਜੀ। ਕੈਪਟਨ ਚੰਦਨ ਸਿੰਘ ਸਿੱਧੂ ਉਹਨਾਂ ਨੇ ਜੀ ਸਾਨੂੰ ਉਹ ਗੱਲਾਂ ਦੱਸੀਆਂ ਜਿਹੜਾ ਕਿ ਪੁਰਾਣਾ 78 ਤੋਂ ਲੈ ਕੇ ਅੱਜ ਤੱਕ ਦਾ ਇਤਿਹਾਸ ਅਸੀਂ ਥੋੜ੍ਹੇ ਸਮੇਂ 'ਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ। ਉਮੀਦ ਕਰਦਾ ਕਿ ਅਸੀਂ ਸਾਰਿਆਂ ਨੇ ਇਹਨਾਂ ਗੱਲਾਂ ਤੋਂ ਸਿੱਖਿਆ ਹੋ ਕਿ ਸਾਡੀ ਕੌਮ ਵੀ ਸਿੱਖੇ, ਸਾਨੂੰ ਪੋਲੀਟਿਕਸ ਦੀ ਵੀ ਕੁਛ ਸੋਝੀ ਆ ਜਾਵੇ ਤਾਂ ਕਿ ਅਸੀਂ ਹਰ ਵਾਰੀ ਠੱਗੇ ਨਾ ਜਾਈਏ। ਸੋ ਅਗਲੇ ਹਫ਼ਤੇ ਇੱਕ ਵੱਖਰਾ ਪ੍ਰੋਗਰਾਮ ਲੈ ਕੇ ਆਵਾਂਗੇ। ਜਦ ਤੱਕ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ੍ਰੀ ਅਕਾਲ।